कर्ण कारण समरथ है, कहो नानक विचार। कारण करते वस है, जिन कल रखी तार। जिन कल रखी तार, जिन कल रखी तार। नेफलं तस्य जन्मस्य, जावत ब्रह्म न बिंदते। सागरं संसारस, गुर प्रसादी तरहे के। गुर प्रसादी तरहे के। कर्ण कारण समरथ है, कहो नानक विचार। कारण करते वस है, जिन कल रखी तार। जिन कल रखी तार, जिन कल रखी तार। नेफलं तस्य जन्मस्य, जावत ब्रह्म न बिंदते। सागरं संसारस, गुर प्रसादी तरहे के। गुर प्रसादी तरहे के। कर्ण कारण समरथ है, कहो नानक विचार। कारण करते वस है, जिन कल रखी तार। जिन कल रखी तार। सतनाम वाहिगुरु साहिब जीओ। महला दूजा। निफलं तस जन्मस, जावत ब्रह्म न बिंदते। सागरं संसारस, गुर प्रसादी तरह के। निफलं तस जन्मस, जावत ब्रह्म न बिंदते। सागरं संसारस, गुर प्रसादी तरह के। कर्ण कारण समरथ है, कहो नानक विचार। कारण करते वश है, जिन कल राखी तार। करण कारण समरथ है, कहो नानक विचार। कारण करते वस है, जिन कल रखी तार। वाहिगुरु जी का खालसा, वाहिगुरु जी की फतेह। दसां पातशाहियां दी जोत गुरता गद्दी ते सुभाएमान ਜ਼ਾਹਰਾ ਜ਼ਹੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ,
ਆਪ ਜੀ ਨੇ ਹਜ਼ੂਰ ਦੇ ਚਰਨ ਕਮਲਾਂ ਵਿੱਚ ਨਮਸਕਾਰ ਕਰਕੇ ਆਪਣੇ ਮਸਤਕ ਨੂੰ, ਜੀਵਨ ਨੂੰ ਭਾਗਸ਼ਾਲੀ ਬਣਾਇਆ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਜੋ ਬਾਣੀ ਹੈ, ਉਹਨਾਂ ਦੇ ਸ਼ਲੋਕਾਂ ਦੀ ਚੱਲ ਰਹੀ ਲੜੀਵਾਰ ਵਿਆਖਿਆ ਆਪ ਜੀ ਗੁਰੂ ਕਿਰਪਾ ਦੁਆਰਾ ਸਰਵਣ ਕਰ ਰਹੇ ਹੋ। ਸਤਿਗੁਰਾਂ ਨੇ ਬਚਨ ਕੀਤੇ, ਕਹਿਣ ਲੱਗੇ ਮਨੁੱਖ ਜਿਹੜਾ ਹੈ, ਪਸ਼ੂ ਤਾਂ ਉਹਦੇ ਕੋਲ ਤਾਂ ਸਿਸਟਮ ਨਹੀਂ ਹੈ ਸਿਮਰਨ ਕਰਨ ਦਾ, ਪਰ ਪਰਮਾਤਮਾ ਨੇ ਮਨੁੱਖੀ ਸਰੀਰ ਦੇ ਅੰਦਰ ਇਹ ਚਾਰ ਚੀਜ਼ਾਂ ਪਾਈਆਂ ਨੇ। ਮਨ ਦੇ ਵਿੱਚ ਤਿੱਥੈ ਘੜੀਐ, ਸੁਰਤ, ਮਤ, ਮਨ, ਬੁੱਧ। ਸਾਡੇ ਅੰਦਰ ਇਹ ਤਾਕਤ ਹੈ ਕਿ ਅਸੀਂ ਨਾਮ ਜਪ ਸਕੀਏ, ਪਰਮਾਤਮਾ ਦਾ ਧਿਆਨ ਕਰ ਸਕੀਏ, ਉਹਦੇ ਸ਼ਬਦ ਨਾਲ ਜੁੜ ਸਕੀਏ, ਗੁਰੂ ਦੇ ਹੁਕਮ ਨੂੰ ਸਮਝ ਸਕੀਏ ਤੇ ਆਪਣੇ ਜੀਵਨ ਨੂੰ ਇੰਨਾ ਉੱਚਾ ਕਰ ਲਈਏ ਵੀ ਦੇਹ ਦੇ ਹੁੰਦਿਆਂ ਆਦਮੀ ਵਿਦੇਹ ਹੋ ਜਾਏ, ਦੇਹ ਤੋਂ ਬਿਨਾਂ ਜਿਉਣ ਲੱਗ ਪਵੇ। ਇਹਨੂੰ ਕਹਿੰਦੇ ਨੇ ਦੇਹੀ ਗੁਪਤ ਵਿਦੇਹੀ ਦਿਸੈ, ਯਾਨੀ ਕਿ ਦੇਹ ਦੇ ਹੁੰਦਿਆਂ ਵਿਦੇਹ ਹੋ ਜਾਣਾ। ਸਰੀਰ ਕੋਲ ਹੈ ਪਰ ਸਰੀਰ ਤੋਂ ਬਿਨਾਂ ਰਹਿਣ ਦੀ, ਜਿਉਣ ਦੀ ਜਾਚ ਆ ਜਾਣੀ। ਇਹ ਹੈ ਧਰਮ ਦੀ ਸਾਧਨਾ ਦਾ ਸਿੱਟਾ, ਨਤੀਜਾ, ਜਿੱਥੇ ਧਰਮ ਪਹੁੰਚਾਉਂਦਾ ਹੈ। ਤਾਂ ਸਤਿਗੁਰੂ ਨੇ ਅੱਜ ਬਚਨ ਕੀਤਾ, ਕਹਿਣ ਲੱਗੇ ਇੰਨੀ ਕੀਮਤੀ ਮਨੁੱਖਾ ਦੇਹ ਮਿਲੀ, ਜਿਹਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਸਿਮਰਨ ਕਰਨ ਦੀ ਸ਼ਕਤੀ ਪਾਈ, ਪਰ ਇੱਥੇ ਜਨਮ ਲੈਂਦਿਆਂ ਸਾਰ ਮਨੁੱਖ ਭੁੱਲ ਗਿਆ। ਉਹਨੂੰ ਚੇਤਾ ਨਹੀਂ ਰਿਹਾ ਕਿ ਮੈਂ ਇੱਥੇ ਆ ਕੇ ਕੀ ਕਰਨਾ ਸੀ, ਯਾਦ ਭੁੱਲ ਗਈ। ਜਿਵੇਂ ਕੋਈ ਵਿਅਕਤੀ ਬਾਜ਼ਾਰ ਵਿੱਚ ਜਾਂਦਾ ਹੈ ਤਾਂ ਘਰੋਂ ਤੁਰਿਆ ਸੀ ਕੋਈ ਚੀਜ਼ ਖਰੀਦਣ ਵਾਸਤੇ, ਅੱਗੇ ਬਾਜ਼ਾਰ ਵਿੱਚ ਨਿਕਲਿਆ, ਰਾਹ ਵਿੱਚ ਕੋਈ ਮਿੱਤਰ ਮਿਲ ਗਿਆ, ਉਹਦੇ ਨਾਲ ਗੱਲਬਾਤ ਕਰਦਿਆਂ ਉਹ ਚੀਜ਼, ਉਹ ਵਸਤੂ ਜਿਹੜੀ ਬਾਜ਼ਾਰ ਵਿੱਚੋਂ ਖਰੀਦਣੀ ਸੀ, ਉਹ ਚੇਤਾ ਭੁੱਲ ਗਿਆ, ਉਲਝ ਗਿਆ, ਅੱਗੇ ਗਿਆ, ਹੋਰ ਚੀਜ਼ਾਂ ਵੇਖੀਆਂ ਬਾਜ਼ਾਰ ਵਿੱਚ, ਕਈ ਕੁਝ ਦੇਖਿਆ ਰੰਗ ਬਰੰਗਾ। ਉਹ ਇੰਨੀਆਂ ਚੀਜ਼ਾਂ ਲੁਭਾਏਮਾਨ ਸਨ, ਖਿੱਚਦਾਇਕ ਸਨ ਕਿ ਜਿਹੜੇ ਕਾਰਜ ਵਾਸਤੇ ਉਹ ਬਾਜ਼ਾਰ ਵਿੱਚ ਆਇਆ ਸੀ, ਉਹ ਕਾਰਜ ਭੁੱਲ ਗਿਆ, ਉਹ ਵਸਤੂ ਖਰੀਦਣੀ ਭੁੱਲ ਗਿਆ। ਸਾਰਾ ਦਿਨ ਫਿਰਦਾ ਰਿਹਾ ਬਾਜ਼ਾਰ ਦੇ ਅੰਦਰ, ਸਾਰਾ ਦਿਨ ਉਹ ਬਾਜ਼ਾਰ ਵਿੱਚ ਘੁੰਮਦਾ ਰਿਹਾ, ਪਰ ਜਿਹੜੀ ਉਹ ਵਸਤੂ ਖਰੀਦਣ ਵਾਸਤੇ ਆਇਆ ਸੀ, ਉਹ ਚੇਤੇ ਵਿੱਚੋਂ ਨਿਕਲ ਗਈ। ਹੁਣ ਸਾਰੇ ਦਿਨ ਦਾ ਘੁੰਮਣਾ ਵੀ, ਸਾਰੇ ਦਿਨ ਦੀ ਮਿਹਨਤ ਵੀ, ਸਾਰੇ ਦਿਨ ਦੀ ਗੁਰੂ ਕੇ ਸਵਾਰਿਓ ਪਰੇਸ਼ਾਨੀ ਔਰ ਥਕਾਵਟ ਵੀ ਹੋ ਗਈ, ਪਰ ਅਜੇ ਵੀ ਚੇਤਾ ਨਹੀਂ ਆਇਆ ਲੈ ਕੇ ਕੀ ਜਾਣਾ ਸੀ। ਤਾਂ ਉਹ ਫਿਰ ਜਦੋਂ ਵਾਪਸ ਮੁੜਿਆ, ਆਪਣੇ ਘਰ ਦੇ ਦਰਵਾਜ਼ੇ ਦੇ ਨੇੜੇ ਆਇਆ ਤੇ ਉਦੋਂ ਪਤਾ ਲੱਗਾ ਮੈਂ ਲੈਣ ਕੀ ਗਿਆ ਸੀ। ਫਿਰ ਪਛਤਾਇਆ, ਘੁੰਮਦਾ ਵੀ ਰਿਹਾ ਸਾਰਾ ਦਿਨ, ਖਰੀਦਿਆ ਵੀ ਕੁਝ ਨਹੀਂ, ਜਿਹੜਾ ਕੰਮ ਕਰਨ ਗਿਆ ਸੀ ਉਹ ਸਿਰੇ ਵੀ ਨਹੀਂ ਚੜਿਆ, ਅੱਧ ਵਿੱਚ ਰਹਿ ਗਿਆ। ਉਹ ਅੱਧ ਵਿਚਾਲੇ ਛੱਡ ਕੇ ਵਾਪਸ ਮੁੜ ਆਇਆ। ਤਾਂ ਉਹ ਜਦੋਂ ਹੁਣ ਵਾਪਸ ਆਏਗਾ, ਉਹਦੀ ਥਕਾਵਟ ਵੀ ਵੱਧ ਜਾਏਗੀ, ਕਿਉਂਕਿ ਉਹਨੇ ਕਰਨ ਵਾਲਾ ਕੰਮ ਉੱਥੇ ਕੀਤਾ ਨਹੀਂ। ਇਸੇ ਤਰ੍ਹਾਂ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਵਿੱਚ ਭੇਜਿਆ ਕਿ ਇਸ ਸੰਸਾਰ ਵਿੱਚ, ਇਸ ਬਾਜ਼ਾਰ ਦੇ ਅੰਦਰ ਸਾਰਾ ਕੁਝ ਹੈ, ਤੂੰ ਖਰੀਦਣਾ ਕੀ ਇਹ ਤੈਨੂੰ ਨਹੀਂ ਪਤਾ। ਗੁਰੂ ਦੀ ਤਾਂ ਹੀ ਲੋੜ ਹੈ। ਇਸ ਬਾਜ਼ਾਰ ਦੇ ਵਿੱਚ ਸਭ ਕੁਝ ਹੈ, ਇੱਥੇ ਖਾਣ ਪੀਣ ਦਾ ਸਮਾਨ ਵੀ ਹੈ, ਸਰੀਰ ਨੂੰ ਪਾਲਣ ਦੇ ਸਾਧਨ ਵੀ ਨੇ, ਇੱਥੇ ਜ਼ਹਿਰ ਵੀ ਹੈ ਤੇ ਇੱਥੇ ਅੰਮ੍ਰਿਤ ਵੀ ਹੈ। ਹੁਣ ਖਰੀਦਣਾ ਤੂੰ ਹੈ। ਪਰਮਾਤਮਾ ਨੇ ਬਾਜ਼ਾਰ ਬਣਾ ਦਿੱਤਾ, ਸੰਸਾਰ ਬਣਾ ਦਿੱਤਾ। ਇੱਥੇ ਹੱਟ ਖੁੱਲ੍ਹਾ ਹੋਇਆ ਹੈ ਔਰ ਇੱਥੇ ਅੰਮ੍ਰਿਤ ਵੀ ਵਿਕਦਾ, ਇੱਥੇ ਜ਼ਹਿਰ ਵੀ ਵਿਕਦੀ ਹੈ। ਆਦਮੀ ਇਹਦੇ ਵਿੱਚ ਆ ਗਿਆ ਤੇ ਕੁਦਰਤੀ ਤੌਰ ਤੇ ਜਿਹੜੀ ਜ਼ਹਿਰ ਹੈ, ਜਿਹੜੀ ਮਾਇਆ ਹੈ, ਉਹਦੇ ਉੱਤੇ ਬੜਾ ਸਵਾਦਿਸ਼ਟ ਕਵਰ ਚੜਿਆ ਹੋਇਆ, ਢੱਕਿਆ ਹੋਇਆ, ਤੇ ਉਹਦਾ ਰੰਗ ਦੇਖ ਕੇ ਆਦਮੀ ਭੁੱਲ ਜਾਂਦਾ, ਇੱਥੇ ਉਹ ਜ਼ਹਿਰ ਖਰੀਦ ਲੈਂਦਾ ਹੈ। ਫਿਰ ਉਸ ਜ਼ਹਿਰ ਨੂੰ ਖਾਂਦਾ, ਉਹ ਲੱਗਦੀ ਵੀ ਮਿੱਠੀ ਬਹੁਤ ਹੈ, ਕਿਉਂਕਿ ਉਹਦੇ ਉੱਤੇ ਮਿੱਠਾ ਚੜ੍ਹਾਇਆ ਹੋਇਆ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਫਰੀਦਾ ਇਹ ਵਿਸ ਗੰਧਲਾਂ, ਵਿਸ ਕਹਿੰਦੇ ਨੇ ਜ਼ਹਿਰ ਨੂੰ। ਇੱਥੇ ਜੋ ਕੁਝ ਬਾਹਰੋਂ ਦਿਸ ਰਿਹਾ ਸਾਰਾ ਕੁਝ ਬੜਾ ਹੀ ਲੁਭਾਏਮਾਨ ਹੈ, ਅਸਲ ਵਿੱਚ ਇਹ ਜ਼ਹਿਰ ਦੇ ਗੰਧਲਾਂ ਦੇ ਅਰਥ ਨੇ ਟੁਕੜੇ, ਇਹ ਪੀਸ ਨੇ ਜ਼ਹਿਰ ਦੇ। ਫਰੀਦਾ ਇਹ ਸੰਸਾਰ ਜਿਹੜਾ ਹੈ, ਇਹ ਵਿਸ ਗੰਧਲਾਂ ਧਰੀਆਂ ਖੰਡ ਲਿਵਾੜ, ਜਿਵੇਂ ਕੋਈ ਜ਼ਹਿਰ ਦੇ ਟੁਕੜਿਆਂ ਦੇ ਉੱਤੇ ਗੁੜ ਵਲੇਟ ਦੇਵੇ, ਉਦੋਂ ਕਵਰ ਕਰ ਦੇਵੇ, ਉਹਦੇ ਉੱਤੇ ਉੱਤੇ ਮਿੱਠਾ ਲਾ ਦੇ। ਧਰੀਆਂ ਹੋਈਆਂ ਨੇ ਇੱਥੇ,
ਕੁਦਰਤ ਨੇ, ਮਾਇਆ ਨੇ, ਪਰਮਾਤਮਾ ਨੇ। ਧਰੀਆਂ ਖੰਡ, ਉਹਦੇ ਉੱਤੇ ਉੱਤੇ ਖੰਡ ਪਾ ਕੇ ਛਿੜਕ ਕੇ ਉਹਨੂੰ ਰੱਖਿਆ ਹੋਇਆ ਹੈ ਇਸ ਸੰਸਾਰ ਵਿੱਚ। ਧਰੀਆਂ ਖੰਡ ਲਿਵਾੜ ਇੱਕ ਰਾਹੇਂਦੇ ਰਹਿ ਗਏ, ਇੱਕ ਰਾਂਦੀ ਗਏ ਉਜਾੜ। ਇੱਕ ਉਹ ਨੇ ਜਿਹੜੇ ਇਹਨਾਂ ਖੰਡ ਦੀਆਂ ਟੁਕੜਿਆਂ ਨੂੰ, ਜ਼ਹਿਰ ਦੇ ਟੁਕੜਿਆਂ ਨੂੰ ਚੜ੍ਹੀ ਹੋਈ ਖੰਡ ਵੇਖ ਕੇ ਭੁੱਲ ਗਏ, ਉਹਨਾਂ ਨੇ ਇਹਨੂੰ ਖਾ ਲਿਆ, ਸੇਵਨ ਕਰ ਲਿਆ। ਇੱਕ ਰਾਂਦੀ ਗਏ ਉਜਾੜ, ਤੇ ਜਿਨ੍ਹਾਂ ਨੂੰ ਗੁਰੂ ਨੇ ਸਮਝ ਦੇ ਦਿੱਤੀ ਕਿ ਇਹਦੇ ਵਿੱਚ ਜ਼ਹਿਰ ਹੈ, ਉਹ ਇਹਨਾਂ ਨੂੰ ਲਿਤਾੜ ਕੇ ਅੱਗੇ ਲੰਘ ਗਏ, ਅੱਗੇ ਨਿਕਲ ਗਏ ਸੰਸਾਰ ਤੋਂ। ਤਾਂ ਇਸ ਤਰ੍ਹਾਂ ਦਾ ਉਹਨੇ ਸੰਸਾਰ ਬਣਾਇਆ ਹੈ। ਇਸ ਬਾਜ਼ਾਰ ਦੇ ਅੰਦਰ ਦੋਵੇਂ ਚੀਜ਼ਾਂ ਨੇ, ਜੀਵਨ ਦਾ ਜਿਹੜਾ ਜੀਵਨ ਦੀ ਖੁਰਾਕ ਜਿਹਨੂੰ ਨਾਮ ਅੰਮ੍ਰਿਤ ਕਿਹਾ ਗੁਰੂ ਸਾਹਿਬ ਨੇ ਬਾਣੀ ਵਿੱਚ, ਉਹ ਵੀ ਹੈ ਇਸ ਦੇਹ ਦੇ ਅੰਦਰ, ਇਸ ਸਰੀਰ ਦੇ ਵਿੱਚ, ਇਸ ਬਾਜ਼ਾਰ ਦੇ ਵਿੱਚ। ਪਰ ਜਦੋਂ ਅਸੀਂ ਬਾਜ਼ਾਰ ਵਿੱਚ ਕੋਈ ਕੀਮਤੀ ਚੀਜ਼ ਖਰੀਦਣ ਵਾਸਤੇ ਜਾਂਦੇ ਹਾਂ, ਉੱਥੇ ਨਕਲੀ ਵੀ ਮਿਲਦੀ ਹੈ, ਅਸਲੀ ਵੀ ਮਿਲਦੀ ਹੈ, ਤਾਂ ਉਦੋਂ ਮਨੁੱਖ ਕੀ ਕਰਦਾ ਹੈ? ਪਹਿਲਾਂ ਕਿਸੇ ਜਾਣਕਾਰ ਗਏ ਹੋਏ, ਜਿਨ੍ਹੇ ਉਹ ਪਹਿਲਾਂ ਬਾਜ਼ਾਰ ਦੇਖਿਆ ਹੈ, ਉਹ ਚੀਜ਼ਾਂ ਨੂੰ ਪਰਖਦਾ ਜਾਣਦਾ ਹੈ, ਉਹਨੂੰ ਨਾਲ ਲੈ ਕੇ ਤੁਰੇਗਾ ਕਿ ਮੈਨੂੰ ਪਤਾ ਨਹੀਂ ਇਸ ਬਾਜ਼ਾਰ ਵਿੱਚੋਂ ਕੀ ਖਰੀਦਣਾ ਹੈ, ਕਿਤੇ ਮੈਂ ਗਲਤ ਨਾ ਖਰੀਦ ਲਵਾਂ। ਇਸ ਕਰਕੇ ਉਹ ਕਿਸੇ ਦਾ ਸੰਗ, ਕਿਸੇ ਦਾ ਸਾਥ, ਕਿਸੇ ਦੀ ਸਹਾਇਤਾ ਲੈ ਕੇ ਬਾਜ਼ਾਰ ਵਿੱਚ ਜਾਂਦਾ ਹੈ, ਜਿਹਨੇ ਪਹਿਲਾਂ ਬਾਜ਼ਾਰ ਵੇਖਿਆ ਹੁੰਦਾ ਹੈ, ਜਿਹਨੂੰ ਪਤਾ ਹੈ ਬਾਜ਼ਾਰ ਹੈ ਕੀ। ਤਾਂ ਸਤਿਗੁਰੂ ਨੇ ਪੁੱਛਿਆ, ਸੰਸਾਰ ਵਿੱਚ ਵਿਚਰਨਾ ਹੈ ਤੇ ਗੁਰੂ ਨਾਲ ਚਾਹੀਦਾ ਹੈ, ਬੜਾ ਜ਼ਰੂਰੀ ਹੈ। ਵੈਸੇ ਵੱਖਰਾ ਕਰ ਦਿੱਤਾ ਅਸੀਂ ਦੋਵੇਂ ਚੀਜ਼ਾਂ। ਸਾਡੀ ਜਿਹੜੀ ਸੋਚ ਹੈ ਉਹ ਇਹਦੇ ਉੱਤੇ ਜ਼ੋਰ ਦੇ ਰਹੀ ਹੈ ਕਿ ਧਰਮ ਵੱਖਰਾ ਤੇ ਸੰਸਾਰ ਵੱਖਰਾ, ਪਰ ਇਹ ਤਾਂ ਚੀਜ਼ ਹੈ ਹੀ ਨਹੀਂ ਸੀ। ਸੰਸਾਰ ਵਿੱਚ ਰਹਿਣਾ ਸੀ, ਗੁਰੂ ਨੂੰ ਨਾਲ ਲੈ ਕੇ ਰਹਿਣਾ ਸੀ। ਰਹਿਣਾ ਸੰਸਾਰ ਵਿੱਚ ਤੇ ਪੁੱਛ ਕੇ ਗੁਰੂ ਨੂੰ ਰਹਿਣਾ, ਖਰੀਦਣਾ ਬਾਜ਼ਾਰ ਵਿੱਚੋਂ ਕੁਝ ਤੇ ਨਾਲ ਗੁਰੂ ਨੂੰ ਰੱਖਣਾ, ਕੀ ਕੀ ਖਰੀਦਣਾ ਹੈ। ਤਾਂ ਸਤਿਗੁਰੂ ਨੇ ਬਾਣੀ ਵਿੱਚ ਉਪਦੇਸ਼ ਦਿੱਤਾ, ਕਹਿਣ ਲੱਗੇ, ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਗੁਰੂ ਨੂੰ ਪੁੱਛ ਕੇ ਸੰਸਾਰ ਵਿੱਚ ਰਹਿ ਕਿ ਤੇ ਕਿਵੇਂ ਜੀਵਨ ਨੂੰ ਗੁਜ਼ਾਰਨਾ ਹੈ। ਇਹ ਹੈ ਸਾਰ ਤੱਤ ਜੀਵਨ ਦਾ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ, ਇਸ ਬਾਜ਼ਾਰ ਦੇ ਅੰਦਰ ਬਹੁਤ ਕੁਝ ਹੈ, ਖਰੀਦੀ ਦੇਖ ਕੇ ਮੈਂ ਦੋ ਸ਼ਬਦ ਆਪ ਜੀ ਨਾਲ ਸਾਂਝੇ ਕਰਾਂ। ਗੁਰੂ ਅੰਗਦ ਦੇਵ ਜੀ ਦੇ ਬਚਨ ਨੇ, ਨਿਹਫਲੰਗ ਤਸ ਜਨਮਸ। ਨਿਹਫਲੰਗ ਦੇ ਅਰਥ ਨੇ ਬੇਕਾਰ ਵਿੱਚ ਚਲਾ ਗਿਆ, ਕਿਸੇ ਕੰਮ ਨਾ ਆਇਆ। ਜਿਹੜੇ ਕਾਰਜ ਵਾਸਤੇ ਆਏ ਸੀ, ਜਿਸ ਕੰਮ ਵਾਸਤੇ ਇੱਥੇ ਦੇਹ ਮਿਲੀ ਸੀ, ਸਰੀਰ ਮਿਲਿਆ ਸੀ, ਉਹ ਕਾਰਜ ਭੁੱਲ ਹੀ ਗਏ। ਜਿਵੇਂ ਬਾਜ਼ਾਰ ਵਿੱਚ ਗਿਆ ਹੋਇਆ ਵਿਅਕਤੀ ਜਿਹੜੀ ਚੀਜ਼ ਖਰੀਦਣ ਗਿਆ ਸੀ, ਉਸ ਚੀਜ਼ ਨੂੰ ਭੁੱਲ ਗਿਆ, ਵਾਪਸ ਮੁੜ ਗਿਆ, ਉੱਥੋਂ ਖਰੀਦੇ ਨਹੀਂ, ਚੇਤਾ ਭੁੱਲ ਗਿਆ ਉਸਨੂੰ ਕਰਨਾ ਕੀ ਸੀ। ਤਾਂ ਉਹ ਜਿਹੜੀ ਉਹਨੇ ਮਿਹਨਤ ਕੀਤੀ, ਉਹਨੇ ਥਕਾਵਟ ਦੇ ਦਿੱਤੀ, ਉਹਨੇ ਪਰੇਸ਼ਾਨੀ ਦਿੱਤੀ, ਰਾਤ ਸੌਂ ਵੀ ਨਾ ਸਕਿਆ। ਅੱਜ ਸੰਸਾਰ ਦੇ 50% ਲੋਕਾਂ ਦੀ ਨੀਂਦ ਖਰਾਬ ਹੋ ਗਈ ਹੈ। ਲੋਕ ਦਵਾਈਆਂ ਲੈ ਕੇ ਸੌਂਦੇ ਨੇ, ਨੀਂਦ ਨਹੀਂ ਉਹਨਾਂ ਕੋਲ। ਉਹ ਕਿਉਂ ਹੈ? ਜਿਵੇਂ ਇੱਕ ਵਿਅਕਤੀ ਸਾਰਾ ਦਿਨ ਬਾਜ਼ਾਰ ਵਿੱਚ ਘੁੰਮਿਆ, ਜਿਹੜਾ ਕੰਮ ਕਰਨ ਗਿਆ ਸੀ ਉਹ ਕੀਤਾ ਨਹੀਂ, ਜਦੋਂ ਵਾਪਸ ਮੁੜਿਆ ਥੱਕ ਵੀ ਗਿਆ ਤੇ ਕੰਮ ਵੀ ਨਾ ਹੋਇਆ, ਥਕਾਵਟ ਹੋ ਗਈ, ਪਰੇਸ਼ਾਨੀ ਹੋ ਗਈ, ਫਿਰ ਉਹਨੂੰ ਨੀਂਦ ਨਹੀਂ ਆਏਗੀ। ਚਿੰਤਾ ਵਿੱਚ ਅੰਤਰ ਧੋਖਾ, ਨੀਂਦ ਨਾ ਸੋਵੈ। ਤਾਂ ਇਸ ਢੰਗ ਦੇ ਨਾਲ ਅਸੀਂ ਜੀਵਨ ਦੇ ਵਿੱਚ ਜਿਹੜੇ ਥੱਕੇ ਹੋਏ ਹਾਂ, ਪਰੇਸ਼ਾਨ ਹਾਂ, ਬਿਨਾਂ ਨੀਂਦ ਤੋਂ ਹਾਂ, ਇਹਦਾ ਕਾਰਨ ਇਹ ਹੈ ਕਿ ਇਸ ਬਾਜ਼ਾਰ ਵਿੱਚ ਅਸੀਂ ਪਰਮਾਤਮਾ ਦੇ ਪ੍ਰੇਮ ਰੂਪੀ ਪਦਾਰਥ ਨੂੰ ਖਰੀਦਣ ਵਾਸਤੇ ਆਏ ਸੀ, ਉਹਨੂੰ ਖਰੀਦਿਆ ਨਹੀਂ, ਜਿਸ ਕਰਕੇ ਉਹ ਕਾਰਜ ਅਧੂਰਾ ਹੀ ਪਿਆ। ਵਿੱਚ ਹੀ ਸਭ ਕੁਝ ਕਰ ਲਿਆ, ਮਕਾਨ ਵੀ ਬਹੁਤ ਵੱਡਾ ਬਣਾ ਲਿਆ, ਗੱਡੀ ਬਹੁਤ ਵੱਡੀ ਲੈ ਲਈ, ਵਸਤਰ ਤਰ੍ਹਾਂ ਤਰ੍ਹਾਂ ਦੇ ਪਹਿਨ ਕੇ ਦੇਖ ਲਏ, ਭੋਜਨ ਕਈ ਤਰ੍ਹਾਂ ਦਾ ਖਾ ਕੇ ਵੇਖ ਲਿਆ, ਨਸ਼ੇ ਕਈ ਤਰ੍ਹਾਂ ਦੇ ਖਾ ਕੇ ਵੇਖ ਲਏ, ਕਈ ਤਰ੍ਹਾਂ ਦੀ ਦੁਨੀਆ ਘੁੰਮ ਘੁੰਮ ਕੇ ਦੇਖ ਲਈ, ਸਾਰੀ ਦੁਨੀਆ ਗਾਹ ਦਿੱਤੀ, ਬਹੁਤ ਕੁਝ ਦੇਖਿਆ। ਪਰ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਆਦਮੀ ਬੈਠਦਾ ਹੈ ਤੇ ਉਹਦੇ ਮਨ ਵਿੱਚੋਂ ਇੱਕ ਆਵਾਜ਼ ਆਉਂਦੀ ਹੈ, ਕੋਈ ਕਰਨ ਵਾਲਾ ਕੰਮ ਅਜੇ ਵੀ ਰਹਿੰਦਾ ਹੈ। ਉਸ ਚੀਜ਼ ਦੀ ਪਰੇਸ਼ਾਨੀ ਹੈ। ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਨਾਮ ਨਾਲ ਜੁੜਨਾ। ਉਹਦੇ ਤੋਂ ਬਿਨਾਂ ਜੋ ਕੁਝ ਮਰਜ਼ੀ ਕੋਈ ਕਰ ਲੈ। ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ, ਹਰ ਬਿਸਰਤ ਸਦਾ ਖੁਆਰੀ। ਪਰਮਾਤਮਾ ਨੂੰ ਛੱਡ ਕੇ ਤੂੰ ਜੋ ਮਰਜ਼ੀ ਕਰ, ਨਾਮ ਨੂੰ ਭੁਲਾ ਕੇ ਤੂੰ ਜੋ ਮਰਜ਼ੀ ਕਰ ਲੈ ਸੰਸਾਰ ਦੇ ਵਿੱਚ, ਖੁਆਰੀ ਤੋਂ ਬਚ ਨਹੀਂ ਸਕੇਗਾ।
ਕੋਈ ਵੀ ਸੰਸਾਰ ਦਾ ਪਦਾਰਥ ਤੇਰੀ ਇੱਜ਼ਤ ਨਹੀਂ ਢੱਕ ਸਕਦਾ, ਤੇਰੀ ਅਮੀਰੀ ਨੂੰ ਬਰਕਰਾਰ ਨਹੀਂ ਰੱਖ ਸਕਦਾ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਨਭ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋਹਾਰੀ। ਜੇ 9 ਖੰਡਾਂ ਦੇ ਉੱਤੇ ਮਨੁੱਖ ਦਾ ਹੁਕਮ ਚੱਲੇ, ਇੰਨੀ ਸ਼ਕਤੀ, ਇੰਨੀ ਉਹਦੇ ਕੋਲ ਤਾਕਤ ਆ ਜਾਏ, ਅਖੀਰ ਨੂੰ ਹਾਰ ਜਾਏਗਾ, ਅਖੀਰ ਨੂੰ ਉਹਦੇ ਹੱਥ ਖਾਲੀ ਰਹਿ ਜਾਣ। ਕਿਉਂ? ਜੋ ਕੁਝ ਇੱਥੇ ਵਿਹਾਂਜਣਾ ਸੀ, ਜੋ ਕੁਝ ਇੱਥੇ ਲੈਣਾ ਸੀ, ਉਹਨੇ ਉਸ ਚੀਜ਼ ਵੱਲ ਤੁਰੇ ਨਹੀਂ, ਮਨੁੱਖ ਰਾਹ ਵਿੱਚ ਅਟਕ ਗਏ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਆਰ ਜਾਰੀ। ਸੱਪ ਦੀ ਜੂਣ ਵਰਗਾ ਹੈ। ਤਾਂ ਕਹਿਣ ਤੋਂ ਭਾਵ ਕੀ ਹੈ? ਨਿਹਫਲੰਗ ਤਸ ਜਨਮਸ। ਗੁਰੂ ਅੰਗਦ ਦੇਵ ਜੀ ਕਹਿੰਦੇ ਉਸ ਮਨੁੱਖ ਦਾ ਜੀਵਨ ਨਿਹਫਲ ਹੈ। ਨਿਹਫਲ ਦਾ ਮਤਲਬ ਫਲ ਤੋਂ ਬਿਨਾਂ। ਜਿਵੇਂ ਕੋਈ ਰੁੱਖ ਉਗਿਆ ਵੀ ਫਲ ਨਹੀਂ ਲੱਗਾ, ਪੱਤੇ ਜਿਹੜੇ ਨੇ ਉਹ ਕਿਸੇ ਕੰਮ ਨਹੀਂ ਆਏ। ਗੁਰੂ ਸਾਹਿਬ ਨੇ ਬੜੇ ਥਾਂ ਤੇ ਇਹਦਾ ਬਚਨ ਕੀਤਾ, ਜੀਵਨ ਬੀਜ ਤੋਂ ਫਲ ਤੋਂ ਸ਼ੁਰੂ ਹੋਇਆ, ਜਿੰਨਾ ਚਿਰ ਉਹਨੂੰ ਵਾਪਸ ਫਲ ਨਾ ਲੱਗਾ ਉਹਨਾਂ ਚਿਰ ਅਧੂਰਾ ਹੈ। ਫਲ ਤੋਂ ਸਾਡੀ ਯਾਤਰਾ ਬੀਜ ਤੋਂ ਸ਼ੁਰੂ ਹੋਈ ਹੈ। ਜਿੰਨਾ ਚਿਰ ਆਤਮਾ ਤੋਂ ਸਾਡਾ ਜੀਵਨ ਸ਼ੁਰੂ ਹੋਇਆ, ਜਿੰਨਾ ਚਿਰ ਆਤਮਾ ਤੱਕ ਨਹੀਂ ਜਾਂਦਾ। ਸ਼ਬਦ ਤੋਂ ਸਾਡਾ ਜੀਵਨ ਸ਼ੁਰੂ ਹੋਇਆ, ਜਿੰਨਾ ਚਿਰ ਸ਼ਬਦ ਤੱਕ ਨਹੀਂ ਜਾਂਦਾ ਉਹਨਾਂ ਚਿਰ ਅਧੂਰਾ ਹੈ, ਨਿਕੰਮਾ ਹੈ, ਕਿਸੇ ਕੰਮ ਦਾ ਨਹੀਂ, ਬੇਕਾਰ ਚਲਾ ਜਾਏਗਾ। ਨਿਹਫਲੰ, ਫਲ ਤੋਂ ਬਿਨਾਂ। ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਰੁੱਖ ਦਾ ਵਰਣਨ ਕੀਤਾ ਹੈ, ਜਿਹੜਾ ਉੱਚਾ ਵੀ ਬਹੁਤ ਹੈ। ਦੂਰੋਂ ਵੇਖ ਕੇ ਉਹਨੂੰ ਪੰਛੀ, ਤੋਤੇ ਆਦਿਕ ਬੜੀ ਦੂਰੋਂ ਦੇਖ ਕੇ ਆਉਂਦੇ, ਲੁਭਾਇਮਾਨ ਬੜਾ ਹੈ। ਕਿ ਇੱਕ ਉਹਦੇ ਉੱਤੇ ਫਲ ਹੋਣਗੇ, ਫੁੱਲ ਹੋਣਗੇ, ਔਰ ਪੱਤੇ ਕਿਸੇ ਛਾਂ ਵਿੱਚ ਬੈਠ ਜਾਵਾਂਗੇ। ਗਰਮੀ ਤੋਂ ਘਬਰਾਏ ਹੋਏ ਪੰਛੀ ਦੂਰੋਂ ਉੱਡ ਕੇ ਉਹਦਾ ਆਸਰਾ ਤੱਕ ਕੇ ਆਉਂਦੇ ਨੇ ਕਿ ਇੱਥੇ ਮੈਨੂੰ ਕੋਈ ਸਕੂਨ ਮਿਲੇਗਾ, ਇੱਥੇ ਮੈਨੂੰ ਕੋਈ ਸ਼ਾਂਤੀ ਮਿਲੇਗੀ। ਪਰ ਜਦੋਂ ਨੇੜੇ ਆ ਕੇ ਤੱਕਿਆ, ਉਸ ਰੁੱਖ ਦੇ ਪੱਤੇ ਜਿਹੜੇ ਬਿਲਕੁਲ ਉਹਦੀ ਛਾਂ ਹੀ ਕੋਈ ਨਹੀਂ। ਪੱਤੇ ਕਿਹੜੇ ਕੰਮ, ਵਿਰਲੇ ਬਿਲਕੁਲ। ਫੁੱਲ ਤੇ ਫਲ ਜਿਹੜੇ ਨੇ ਉਹ ਜਿਹੜੇ ਬਕ-ਬਕੇ ਭਾਵ, ਜਿਵੇਂ ਕਿਸੇ ਚੀਜ਼ ਨੂੰ ਖਾਈਏ ਪਰ ਅੱਕੇ ਹੋਏ, ਮਜਬੂਰਨ ਖਾਣੀ ਪੈ ਜਾਏ, ਉਹ ਵੀ ਕਿਸੇ ਕੰਮ ਨਹੀਂ। ਹੁਣ ਉਹ ਵਿਚਾਰੇ ਕਿੱਥੇ ਜਾਣ? ਆਏ ਸੀ ਬੜੀ ਆਸ ਕਰਕੇ। ਸਤਿਗੁਰੂ ਨੇ ਆਸਾ ਦੀ ਵਾਰ ਵਿੱਚ ਇਹ ਸ਼ਲੋਕ ਦਰਜ ਕੀਤਾ। ਕਹਿਣ ਲੱਗੇ, ਸਿੰਬਲ ਰੁੱਖ ਸਰਾਏਰਾ। ਸਿੰਬਲ ਦਾ ਜਿਹੜਾ ਰੁੱਖ ਹੈ ਬੜਾ ਉੱਚਾ ਹੈ। ਸਿੰਬਲ ਰੁੱਖ ਸਰਾਏਰਾ, ਅਤ ਦੀਰਘ ਅਤ ਮੁੱਚ। ਬੜਾ ਵੱਡਾ ਹੈ, ਬੜਾ ਉੱਚਾ ਹੈ। ਓਏ ਜੇ ਆਵੇਂ ਆਸ ਕਰ। ਉਹ ਪੰਛੀ ਦੂਰੋਂ ਵੇਖ ਕੇ ਆਸ ਕਰਕੇ ਉਹਦੇ ਕੋਲ ਆਏ। ਜਦੋਂ ਆ ਕੇ ਵੇਖਿਆ, ਜਿੰਨਾ ਚਿਰ ਨਹੀਂ ਸਨ ਆਏ ਉਹਨਾਂ ਚਿਰ ਖਿੱਚ ਸੀ, ਜਦੋਂ ਆ ਗਏ ਉੱਥੇ ਹੈ ਹੀ ਕੁਝ ਨਹੀਂ। ਓਏ ਜੇ ਆਵੇਂ ਆਸ ਕਰ, ਜਾਹੇ ਨਿਰਾਸ਼ੈ ਕਿਤ। ਹੁਣ ਕਿੱਥੇ ਜਾਣ? ਕਿਉਂਕਿ ਫਲ ਫਿੱਕੇ, ਫੁੱਲ ਬਕ-ਬਕੇ। ਬਕ-ਬਕਾ ਜਿਹੜਾ ਬੇਸਵਾਦ, ਬਿਲਕੁਲ ਬੇਰਸ। ਫਲ ਫਿੱਕੇ, ਫੁੱਲ ਬਕ-ਬਕੇ। ਕੰਮ ਨਾ ਆਵੇ ਪੱਤ, ਕੋਈ ਚੀਜ਼ ਉਹਦੀ ਕੰਮ ਨਹੀਂ ਆ ਰਹੀ। ਬਿਲਕੁਲ ਸੰਸਾਰ ਦਾ ਨਕਸ਼ਾ ਹੈ। ਆਦਮੀ ਇੱਕ ਦੂਜੇ ਵੱਲ ਭੱਜ ਕੇ ਆਉਂਦਾ ਹੈ, ਦੌੜ ਕੇ ਆਉਂਦਾ ਹੈ ਕਿ ਇੱਥੋਂ ਮੈਨੂੰ ਕੋਈ ਸਕੂਨ ਮਿਲੇਗਾ, ਕੋਈ ਸ਼ਾਂਤੀ ਮਿਲੇਗੀ, ਕੋਈ ਧੀਰਜ ਮਿਲੇਗੀ। ਉਹ ਜਦੋਂ ਆਉਂਦਾ, ਜਿੰਨਾ ਚਿਰ ਨਹੀਂ ਸੀ ਆਉਂਦਾ ਉਹਨਾਂ ਚਿਰ ਬੜਾ ਵਧੀਆ ਸੀ, ਜਦੋਂ ਨੇੜੇ ਆ ਗਿਆ ਉੱਥੇ ਕੁਝ ਵੀ ਨਹੀਂ ਸੀ। ਇਸ ਤਰ੍ਹਾਂ ਦਾ ਹੈ। ਬਾਹਰਲਾ ਸਿਸਟਮ ਬਣਾਇਆ ਇਸ ਤਰ੍ਹਾਂ ਦਾ ਪਰਮਾਤਮਾ ਨੇ। ਗਲਤ ਰਾਹ ਤੇ ਆਦਮੀ ਖੋਜ ਕਰ ਲੈਂਦਾ, ਉੱਥੇ ਨਾ ਫਲ, ਜੀਵਨ ਬਕ-ਬਕਾ, ਬਿਲਕੁਲ ਬੇਸਵਾਦਾ। ਪਰ ਹੁਣ ਜਾਹੇ ਨਿਰਾਸ਼ਾ ਕਿਤ, ਧਿਆਨ ਦਿਓ। ਗੁਰੂ ਸਾਹਿਬ ਨੇ ਇੱਕ ਹੋਰ ਬੜਾ ਸੁੰਦਰ ਇਹਦੇ ਵਿੱਚ ਵਿਚਾਰ ਦਿੱਤਾ ਹੈ। ਕਹਿਣ ਲੱਗੇ, ਬੰਦਾ ਕਹਿੰਦਾ ਹੁਣ ਛੱਡ ਕੇ ਜਾਈਏ ਵੀ ਕਿੱਥੇ? ਇਹ ਤੇ ਹੈ ਸੰਸਾਰ ਵਿੱਚ, ਇਹ ਤੇ ਹੈ ਪਰਿਵਾਰ ਦੇ ਵਿੱਚ, ਇਹ ਤੇ ਹੈ ਗ੍ਰਸਥ ਦੇ ਅੰਦਰ। ਹੁਣ ਇਹਨੂੰ ਛੱਡ ਕੇ ਜਾਈਏ ਵੀ ਕਿੱਥੇ? ਕਰੋ ਕੰਮ, ਸਵੇਰੇ ਉੱਠੋ, ਆਪਣਾ ਸਰੀਰ ਨੂੰ ਪਾਲੋ ਪੋਸੋ, ਕੰਮ ਕਰੋ, ਸੌਂ ਜਾਓ।
ਰਿਸ਼ਤੇਦਾਰੀਆਂ, ਇੱਧਰ ਉੱਧਰ ਸਭ ਕੁਝ। ਹੁਣ ਇਹਨਾਂ ਨੂੰ ਛੱਡ ਕੇ ਜਾਏ ਵੀ ਕਿੱਥੇ? ਪਰ ਇਹਨਾਂ ਵਿੱਚੋਂ ਮਿਲ ਵੀ ਕੁਝ ਨਹੀਂ ਰਿਹਾ, ਔਰ ਨਾ ਕਿਸੇ ਨੂੰ ਕਹਿ ਸਕਦਾ ਵੀ ਕੁਝ ਨਹੀਂ ਮਿਲ ਰਿਹਾ। ਉਹ ਚੀਜ਼ ਨਹੀਂ ਮਿਲ ਰਹੀ ਜਿਹੜੀ ਚਾਹੀਦੀ ਸੀ। ਤਾਂ ਇਸ ਤਰ੍ਹਾਂ ਇੱਕ ਕੋਹਲੂ ਦੇ ਬੈਲ ਵਾਂਗੂ ਆਦਮੀ ਸਾਰਾ ਜੀਵਨ ਘੁੰਮੀ ਜਾਂਦਾ ਹੈ, ਛੱਡ ਕੇ ਵੀ ਨਹੀਂ ਜਾ ਸਕਦਾ। ਛੱਡ ਕੇ ਕਿੱਧਰ ਜਾਏ? ਕਿਉਂਕਿ ਸੰਸਾਰ ਨੇ ਤਾਂ ਖੋਜ ਹੀ ਇਹਦੀ ਕੀਤੀ ਹੈ, ਜਨਮ ਲਵੋ, ਸਰੀਰ ਦੀ ਪਾਲਣਾ ਕਰੋ, ਜਾਇਦਾਦ ਬਣਾਓ ਤੇ ਮਰ ਜਾਓ। ਇਹ 3-4 ਹੀ ਤੇ ਕੰਮ ਨੇ ਇੱਥੇ। ਗੁਰੂ ਗ੍ਰੰਥ ਸਾਹਿਬ ਨੇ ਇੱਕ ਅਗਲੇ ਕੰਮ ਦੀ ਗੱਲ ਕੀਤੀ ਜਿਹੜਾ ਰਸ ਨਾਲ ਭਰਪੂਰ ਹੈ। ਭਾਈ ਗੁਰਦਾਸ ਜੀ ਨੇ ਉਸ ਦੁਨੀਆ ਦੀ ਵਿਆਖਿਆ ਕੀਤੀ ਹੈ। ਇੱਕ ਬੜੀ ਸੁੰਦਰ ਉਹਨਾਂ ਦਾ ਵਿਚਾਰ ਮੈਂ ਆਪ ਜੀ ਨਾਲ ਸਾਂਝਾ ਕਰਦਿਆਂ। ਉਹ ਕਹਿੰਦੇ ਨੇ ਇੱਥੇ ਜੋ ਕੁਝ ਦਿਸਦਾ ਹੈ ਮੈਂ ਅੱਖਾਂ ਨਾਲ ਦੇਖਿਆ, ਅੱਜ ਹੈ, ਸਵੇਰੇ ਉਹਦਾ ਕੋਈ ਪਤਾ ਨਹੀਂ ਹੈ। ਉਹਨਾਂ ਨੇ 3-4 ਚੀਜ਼ਾਂ ਦੀ ਉਦਾਹਰਨ ਦੇ ਕੇ ਤੇ ਅਖੀਰ ਤੇ ਫਿਰ ਸ਼ਬਦ ਦੀ ਵਿਆਖਿਆ ਕੀਤੀ। 3-4 ਚੀਜ਼ਾਂ ਦਾ ਨਾਮ ਲਿਆ। ਪਹਿਲੀ ਉਹਨਾਂ ਉਦਾਹਰਨ ਦਿੱਤੀ, ਕਹਿਣ ਲੱਗੇ ਦੀਵਾਲੀ ਦੀ ਸ਼ਾਮ, ਆ ਜਿਹੜੀ ਤੁਸੀਂ ਬੜਾ ਪ੍ਰਸਿੱਧ ਇੱਕ ਸ਼ਬਦ ਸਾਰਿਆਂ ਦੀ ਜ਼ੁਬਾਨ ਤੇ ਕੰਨਾਂ ਤੇ ਚੜ ਗਿਆ, ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਆਮ ਤੌਰ ਤੇ ਤੁਸੀਂ ਦੀਵਾਲੀ ਨੂੰ ਸੁਣਦੇ ਹੋ, ਪਰ ਇਹ ਜਿਹੜਾ ਸ਼ਬਦ ਹੈ ਦੀਵਾਲੀ ਨਾਲ ਸੰਬੰਧਿਤ ਹੈ ਨਹੀਂ, ਮੌਤ ਦੀ ਉਦਾਹਰਨ ਦਿੱਤੀ ਗਈ ਹੈ। ਇਹ ਸਾਨੂੰ ਸਮਝਣਾ ਚਾਹੀਦਾ ਵੀ ਜਿਹੜੇ ਸ਼ਬਦ ਅਸੀਂ ਜਿਸ ਦਿਨ ਸੁਣ ਰਹੇ ਹਾਂ ਉਸ ਦਿਨ ਨਾਲ ਸੰਬੰਧਿਤ ਹੈਣ ਕਿ ਨਹੀਂ। ਇਹ ਸ਼ਬਦ ਸਾਰਾ ਮੌਤ ਦੀ ਵਿਆਖਿਆ ਕਰਦਾ, ਨਾਸ਼ਮੰਤ। ਭਾਈ ਗੁਰਦਾਸ ਜੀ ਕਹਿੰਦੇ ਦੀਵਾਲੀ ਵਾਲੀ ਰਾਤ ਸ਼ਾਮ ਕਿੰਨੀ ਰੰਗੀਨ ਹੈ। ਸ਼ਾਮ ਨੂੰ ਲੋਕ ਬਾਜ਼ਾਰਾਂ ਵਿੱਚ ਕਿੰਨੇ ਲੋਕ ਫਿਰਦੇ ਨੇ, ਦੁਕਾਨਾਂ ਸੱਜ ਜਾਂਦੀਆਂ ਨੇ, ਤਰ੍ਹਾਂ ਤਰ੍ਹਾਂ ਦੇ ਕੈਲੰਡਰ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵਿਕਦੀਆਂ ਨੇ, ਲੋਕ ਖਰੀਦਦੇ ਨੇ, ਬੜੇ ਖੁਸ਼। ਦੀਵੇ ਖਰੀਦੇ ਜਾਂਦੇ ਨੇ, ਲੜੀਆਂ ਖਰੀਦੀਆਂ ਜਾਂਦੀਆਂ ਨੇ। ਤਾਂ ਉਹ ਸ਼ਾਮ ਬੜੀ ਰੰਗੀਨ ਹੈ। ਸ਼ਾਮ ਨੂੰ ਦੀਵੇ ਬਾਲੇ ਜਾਂਦੇ ਨੇ ਸਾਰੇ ਨਗਰ ਵਿੱਚ। ਉੱਪਰ ਚੜ੍ਹ ਕੇ ਦੇਖੋ, ਚੌਹਾਂ ਪਾਸੇ ਰੰਗਾ ਰੰਗ, ਸਭ ਕੁਝ ਜਗ ਰਿਹਾ ਹੈ, ਬੜਾ ਸੋਹਣਾ ਲੱਗਦਾ। ਪਰ ਭਾਈ ਸਾਹਿਬ ਜੀ ਨੇ, ਇਹ ਕਵੀ ਦੀ ਇੱਕ ਜੁਗਤ ਹੁੰਦੀ ਹੈ ਕਿ ਉਹ ਗੱਲ ਨੂੰ ਅੱਧੀ ਨੂੰ ਕਹਿੰਦਾ, ਅਗਲੀ ਨੂੰ ਛੱਡ ਦਿੰਦਾ ਵੀ ਤੁਸੀਂ ਆਪ ਖੋਜ ਕਰੋ ਇਹਦੇ ਵਿੱਚ। ਉਹਨਾਂ ਨੇ ਕਿਹਾ ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਬਸ ਇੱਥੋਂ ਤੱਕ ਗੱਲ ਕੀਤੀ। ਅੱਗੋਂ ਤੁਸੀਂ ਆਪ ਵੇਖਣਾ ਵੀ ਉਦਾਹਰਨ ਕਾਹਦੀ ਦੇ ਰਹੇ ਨੇ। ਉਹ ਕਹਿ ਰਹੇ ਨੇ ਦੀਵਾਲੀ ਦੀ ਸ਼ਾਮ ਨੂੰ ਦੀਵੇ ਜਗੇ, ਬਹੁਤ ਕੁਝ ਹੋਇਆ। ਜਿਉਂ-ਜਿਉਂ ਰਾਤ ਗੁਜ਼ਰੀ ਤੇ ਉਹਨਾਂ ਦੀਵਿਆਂ ਦਾ ਜਿਹੜਾ ਤੇਲ ਸੀ ਬਲਦੀ ਹੋਈ ਅੱਗ ਨੇ ਸੁਕਾਉਣਾ ਸ਼ੁਰੂ ਕਰ ਦਿੱਤਾ। ਉਹ ਤੇਲ ਘਟਦਾ ਗਿਆ ਤੇ ਦੀਵਾ ਜਗਦਾ ਗਿਆ। ਜਿਹੜੇ ਜਗਾਉਣ ਵਾਲੇ ਸਨ ਉਹ ਖੁਸ਼ ਸਨ ਵੀ ਵੇਖੋ ਦੀਵਾ ਜਗਦਾ ਹੈ, ਪਰ ਦੀਵੇ ਨੂੰ ਪੁੱਛ ਕੇ ਵੇਖੋ ਤੇ ਕਹਿੰਦਾ ਮੈਂ ਘਟਦਾ ਜਾ ਰਿਹਾ, ਤੇਲ ਸੁੱਕਦਾ ਜਾ ਰਿਹਾ ਅੱਗ ਨਾਲ। ਫਿਰ ਸਾਰਿਆਂ ਦਾ ਤੇ ਤੇਲ ਵੀ ਨਹੀਂ ਖਤਮ ਹੋਇਆ, ਉਹਦੇ ਤੋਂ ਪਹਿਲਾਂ ਹੀ ਕਈ ਦੀਵੇ ਵਿਚਾਰੇ ਤੇ ਰਾਹ ਵਿੱਚ ਹੀ ਬੁੱਝ ਗਏ। ਕੋਈ ਹਵਾ ਦਾ ਬੁੱਲਾ ਆਇਆ ਉਹਦੇ ਨਾਲ ਬੁੱਝ ਗਏ। ਕੁਝ ਸਵੇਰ ਤੱਕ ਚਲੇ ਗਏ, ਅੱਧੀ ਰਾਤ ਤੱਕ ਚਲੇ ਗਏ, ਪਰ ਸਵੇਰ ਨੂੰ ਤਾਂ ਆਖਰ ਸਾਰੇ ਬੁੱਝ ਗਏ ਨਾ। ਤੇ ਜਦੋਂ ਸਵੇਰ ਆਈ ਦੀਵਾਲੀ ਦੀ, ਲੋਕ ਥੱਕੇ ਹੋਏ ਉੱਠੇ ਔਰ ਉਹਨਾਂ ਨੇ ਚੌਹਾਂ ਪਾਸੇ ਵੇਖਿਆ, ਉਹ ਜਿਹੜੇ ਦੀਵੇ ਸਨ ਉਹਨਾਂ ਦੀਵਿਆਂ ਦੇ ਤੇਲ ਜਿਹੜੇ ਨੇ ਸੁੱਕ ਚੁੱਕੇ ਸਨ, ਵੱਟੀਆਂ ਸੜ ਗਈਆਂ ਸਨ, ਦੀਵੇ ਕਾਲੇ ਹੋ ਚੁੱਕੇ ਸਨ। ਇੱਧਰ ਉੱਧਰ ਕੂੜਾ ਕਬਾੜ ਖਿਲਰਿਆ ਹੋਇਆ ਸੀ, ਬੇਰੌਣਕ ਸੀ ਸਵੇਰ ਬੜੀ। ਭਾਈ ਗੁਰਦਾਸ ਜੀ ਕਹਿੰਦੇ ਸੰਸਾਰ ਦੀ ਸ਼ੁਰੂਆਤ ਦੀਵਾਲੀ ਦੀ ਸ਼ਾਮ ਵਰਗੀ ਹੈ, ਸੰਸਾਰ ਦੀ ਅਖੀਰ ਦੀਵਾਲੀ ਦੀ ਅਗਲੀ ਸਵੇਰ ਵਰਗੀ ਹੈ। ਉਹ ਸ਼ਾਮ ਵਰਗੀ ਹੈ ਸ਼ੁਰੂਆਤ ਜਿਹੜੀ ਹੈ। ਉਹਨਾਂ ਨੇ ਉਦਾਹਰਨ ਦਿੱਤੀ ਹੈ ਵੀ ਜਦੋਂ ਜੀਵਨ ਸ਼ੁਰੂ ਹੁੰਦਾ ਹੈ, ਸਰੀਰ ਰੂਪੀ ਦੀਵਾ ਬਲ ਪੈਂਦਾ, ਸਵਾਸ ਆਉਣੇ ਸ਼ੁਰੂ ਹੋ ਜਾਂਦੇ ਨੇ, ਉਸ ਵੇਲੇ ਬਹੁਤ ਵਧੀਆ ਲੱਗਦਾ ਹੈ। ਪਰ ਜਿਉਂ-ਜਿਉਂ ਸ਼ਕਤੀ ਘਟਦੀ ਏ, ਜਿਵੇਂ ਉਹ ਸਵੇਰੇ ਦੀਵਾ ਕਾਲਾ ਹੋਇਆ ਪਿਆ, ਉਹਦੀ ਬੱਤੀ ਵੱਟੀ ਸੜ ਗਈ, ਇਸੇ ਤਰ੍ਹਾਂ ਜਦੋਂ ਅਗਲੇ ਦਿਨ ਮਨੁੱਖ ਦੇ ਜੀਵਨ ਦਾ ਅੰਤ ਹੁੰਦਾ ਹੈ ਤਾਂ ਆਪਾਂ ਸ਼ਮਸ਼ਾਨ ਘਾਟ ਵਿੱਚ ਜਾ ਕੇ ਵੇਖਾਂਗੇ। ਜਦੋਂ ਕੋਈ ਪ੍ਰਾਣੀ ਗੁਜ਼ਰ ਜਾਏ, ਉਹਦੇ ਤੋਂ ਬਾਅਦ ਮਹੀਨਾ ਡੇਢ ਉਹਦੇ ਕੋਲੋਂ ਦੀ ਲੰਘੋ, ਉਹ ਜਿਹੜਾ ਥਾਂ ਹੈ ਨਾ ਜਿੱਥੇ ਸੰਸਕਾਰ ਕੀਤਾ ਸੀ, ਉੱਥੇ ਕਾਲਾ ਥਾਂ ਹੁੰਦਾ, ਜਿਵੇਂ ਉਸ ਦੀਵੇ ਵਿੱਚ ਕਾਲਖ ਹੁੰਦੀ ਹੈ। ਉੱਥੇ ਸਿਰਫ ਕਾਲਖ, ਧਰਤੀ ਵੀ ਕਾਲੀ ਹੋ ਗਈ, ਜਿਵੇਂ ਉਸ ਦੀਵੇ ਵਾਲੀ ਥਾਂ ਕਾਲੀ ਹੋ ਗਈ।
ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ। ਜਿਵੇਂ ਇੱਕ ਮਾਲੀ ਫੁੱਲ ਚੁਣਦਾ ਹੈ, ਜਦੋਂ ਡਾਲੀ ਨਾਲ ਜੁੜੇ ਹੁੰਦੇ ਬੜੇ ਖਿੜੇ, ਫਿਰ ਉਹਨਾਂ ਦਾ ਹਾਰ ਪਰੋ ਕੇ ਕਿਤੇ ਵੇਚ ਦਿੰਦਾ, ਕਿਸੇ ਦੇ ਗਲੇ ਵਿੱਚ ਪੈਂਦਾ, ਉੱਥੋਂ ਲਾਹ ਦਿੱਤਾ ਜਾਂਦਾ ਹੈ। ਪਰ ਅਗਲੀ ਸਵੇਰ ਉਹ ਹੀ ਹਾਰ ਜਿਹੜਾ ਹੈ, ਘਰ ਦੇ ਕਹਿੰਦੇ ਨੇ ਇਹਨੂੰ ਕੂੜੇਦਾਨ ਵਿੱਚ ਸਿੱਟ ਦਿਓ, ਮੁਰਝਾਇਆ ਬਿਲਕੁਲ ਬੇਰੌਣਕ, ਉਹਦੀ ਖੁਸ਼ਬੂ ਵੀ ਖਤਮ ਹੋ ਗਈ, ਉਹਦੀ ਸੁੰਦਰਤਾ ਵੀ ਖਤਮ ਹੋ ਗਈ, ਨਸ਼ਟ ਹੋ ਗਿਆ ਬਿਲਕੁਲ। ਅਗਲੇ ਦਿਨ ਉਹਨੂੰ ਸਿੱਟ ਦਿੱਤਾ ਗਿਆ ਕੂੜੇ ਵਿੱਚ। ਇਸ ਤਰ੍ਹਾਂ ਦਾ ਹੈ ਜੀਵਨ ਜਿਹਨੇ ਮਨੁੱਖ ਨੂੰ ਭਰਮਾਇਆ ਹੋਇਆ ਹੈ। ਭਾਈ ਗੁਰਦਾਸ ਜੀ ਨੇ ਕਿਹਾ, ਜੀਵਨ ਜਿਹਨੂੰ ਤੂੰ ਸਮਝ ਰਿਹਾ ਕਿ ਇਹ ਸਦੀਵ ਕਾਲ ਹੈ ਜਾਂ ਸਚਾਈ ਹੈ, ਇਹ ਉਸ ਫੁੱਲਾਂ ਦੇ ਹਾਰ ਵਰਗਾ ਹੈ। ਤੈਨੂੰ ਪਤਾ ਨਹੀਂ ਇੱਕ ਦਿਨ ਇਹਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਜਾਣਾ ਹੈ। ਇਹਦੇ ਵਿੱਚੋਂ ਕੋਈ ਚੀਜ਼ ਚੁਣ ਲੈ, ਹੈ ਇਹਦੇ ਵਿੱਚ ਕੁਝ, ਉਹਦੀ ਗੱਲ ਅੱਗੇ ਕਰਨਗੇ। ਫਿਰ ਉਹਨਾਂ ਨੇ ਬਚਨ ਕੀਤਾ, ਤੀਰਥ ਤਾਰੇ ਜਾਤ ਸਨਾਤ ਅੰਬਰ ਭਾਲੀਨ। ਤਾਰਿਆਂ ਦੀ ਉਦਾਹਰਨ ਦਿੱਤੀ, ਕਹਿਣ ਲੱਗੇ ਤਾਰੇ ਸਵੇਰੇ ਚੜ੍ਹਦੇ ਨੇ, ਸਵੇਰੇ ਅਲੋਪ ਹੁੰਦੇ ਨੇ, ਸ਼ਾਮ ਨੂੰ ਸੂਰਜ ਡੁੱਬਦਾ ਹੈ, ਤਾਂ ਉਹ ਜਿਹੜੇ ਤਾਰੇ ਨੇ ਸ਼ਾਮ ਨੂੰ ਆਕਾਸ਼ ਵਿੱਚ ਟਹਿਕਦੇ ਨੇ, ਚਮਕਦੇ ਨੇ, ਦੂਰੋਂ ਬਹੁਤ ਸੁੰਦਰ ਲੱਗਦੇ ਨੇ। ਤਾਰਿਆਂ ਦੇ ਉੱਤੇ ਬੜੇ ਕਵੀਆਂ ਨੇ ਕਵਿਤਾਵਾਂ ਵੀ ਲਿਖੀਆਂ, ਬੜੇ ਸੋਹਣੇ ਨੇ, ਉਹਨਾਂ ਦੀ ਲੋ ਬੜੀ ਚੰਗੀ ਹੈ। ਪਰ ਤਾਰਿਆਂ ਦੀ ਲੋ ਤਾਂ ਕੋਈ ਹੈ ਹੀ ਨਹੀਂ, ਸਾਰੇ ਸੂਰਜ ਨਾਲ ਚੰਦਰਮਾ ਨਾਲ ਚਮਕਦੇ ਨੇ। ਸਵੇਰੇ ਸੂਰਜ ਦੀ ਪਹਿਲੀ ਕਿਰਨ ਨੇ ਉਹਨਾਂ ਤਾਰਿਆਂ ਦੀ ਲੋ ਨੂੰ ਖਤਮ ਕਰ ਦਿੱਤਾ। ਭਾਈ ਗੁਰਦਾਸ ਜੀ ਨੇ ਕਿਹਾ, ਮਨੁੱਖੀ ਦੇਹ ਤਾਰਿਆਂ ਵਾਂਗ ਚਮਕ ਰਹੀ ਹੈ ਸੰਸਾਰ ਦੇ ਵਿੱਚ। ਦੂਰੋਂ ਲੱਗਦਾ ਕਿ ਬੜੀ ਰੋਸ਼ਨੀ ਹੈ, ਮੌਤ ਦੀ ਪਹਿਲੀ ਕਿਰਨ ਇਸ ਰੋਸ਼ਨੀ ਨੂੰ ਖਤਮ ਕਰ ਦਿੰਦੀ ਹੈ। ਇਹ ਵੀ ਨਾਸ਼ਮਾਨ ਹੈ। ਤੇ ਬਾਬਾ ਕਬੀਰ ਜੀ ਨੇ ਇਹਦੇ ਨਾਲ ਮਿਲਦਾ ਉਦਾਹਰਨ ਦਿੱਤਾ। ਉਹ ਕਹਿੰਦੇ ਨੇ, ਸਰੀਰ ਤਾਰਿਆਂ ਵਰਗਾ ਹੈ, ਪ੍ਰਭਾਤੇ ਤਾਰੇ ਖਿਸੈ, ਤਿਉਂ ਇਹ ਖਿਸੈ ਸਰੀਰ। ਖਿਸੈ ਦਾ ਅਰਥ ਹੈ ਖਤਮ ਹੋ ਜਾਣਾ। ਜਿਵੇਂ ਪ੍ਰਭਾਤ ਵੇਲੇ ਤਾਰਿਆਂ ਦੀ ਲੋ ਖਤਮ ਹੋ ਜਾਂਦੀ ਏ, ਇਹ ਸਰੀਰ ਤਾਰਿਆਂ ਵਰਗਾ ਹੈ ਸਚਾਈ। ਤਾਰਿਆਂ ਨੂੰ ਜਿੰਨਾ ਚਿਰ ਦੂਰੋਂ ਵੇਖਿਆ ਗਿਆ ਸੀ, ਲੋਕਾਂ ਨੇ ਉਹਨਾਂ ਨੂੰ ਬੜਾ ਸੁੰਦਰ ਸਮਝਿਆ। ਵਿਗਿਆਨਕ ਉੱਪਰ ਚਲੇ ਗਏ, ਕਹਿਣ ਲੱਗੇ ਉਹਨਾਂ ਦਾ ਰੰਗ ਕਾਲਾ ਹੈ, ਉੱਥੇ ਧੂੜ ਉੱਡਦੀ ਹੈ, ਕੁਝ ਵੀ ਨਹੀਂ। ਇਸ ਤਰ੍ਹਾਂ ਦੀ ਸੰਸਾਰ ਦੀ ਹਾਲਾਤ। ਤੀਰਥ ਜਾਤੀ ਜਾਤ ਉਚਾਏ ਵਿਸਾਲੀਆਂ। ਤਾਂ ਜਿਹੜੇ ਤੀਰਥਾਂ ਤੇ ਮੇਲੇ ਲੱਗਦੇ ਨੇ, ਉਹ ਵੀ 1 2 4 ਦਿਨ ਦੇ ਹੁੰਦੇ। ਕੀ ਇੱਥੇ ਕੁਝ ਇਸ ਤਰ੍ਹਾਂ ਦਾ ਦੀਵਾ ਹੈ ਜਿਹੜਾ ਇੱਕ ਵਾਰੀ ਜਗਾਇਆ ਜਾਏ ਤੇ ਬੁੱਝੇ ਨਾ? ਭਾਈ ਗੁਰਦਾਸ ਜੀ ਨੇ ਫਿਰ ਉਹਦਾ ਵੀ ਵਰਣਨ ਕੀਤਾ। ਇਹ ਗੱਲ ਖਿਆਲ ਵਿੱਚ ਰੱਖਣੀ, ਧਰਮ ਜਿਹੜਾ ਹੈ, ਗੁਰਮਤ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੱਲੀ ਨਾਸ਼ਮਾਨਤਾ ਦੀ ਵਿਆਖਿਆ ਨਹੀਂ ਕਰਦੀ, ਕੱਲੀ ਮੌਤ ਦੀ ਵਿਆਖਿਆ ਨਹੀਂ ਕਰਦੀ। ਮੌਤ ਦੀ ਵਿਆਖਿਆ ਕਰਕੇ ਆਦਮੀ ਦੀ ਸੁਰਤ ਨੂੰ ਸੰਸਾਰ ਵਿੱਚੋਂ ਕੱਢ ਕੇ ਫਿਰ ਇੱਕ ਨਵੇਂ ਜੀਵਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਦੀ ਹੈ, ਕੱਲੀ ਮੌਤ ਨਹੀਂ ਹੈ। ਧਰਮ ਦੇ ਅਰਥ ਕੱਲਾ ਸੋਗ ਹੈ ਹੀ ਨਹੀਂ। ਜਿਹੜੇ ਕਰੁਣਾਮਈ ਵੈਰਾਗਮਈ ਜਿਹੜੇ ਉਪਦੇਸ਼ ਦਿੱਤੇ ਨੇ ਕਿ ਸੰਸਾਰ ਮਿੱਟੀ ਵਰਗਾ ਹੈ, ਰੇਤ ਦੀ ਕੰਧ ਹੈ, ਇਹ ਫੁੱਲਾਂ ਵਾਂਗੂ ਬਿਨਸਨਹਾਰ ਹੈ, ਇਹ ਬੱਦਲ ਦੀ ਛਾਂ ਹੈ, ਇਹ ਰੁੱਖ ਦੀ ਛਾਂ ਹੈ, ਇਹ ਸਾਰੇ ਉਦਾਹਰਨ ਦਿੱਤੇ ਨੇ, ਉਦਾਸੀ ਵੱਲ ਲੈ ਕੇ ਜਾਂਦੇ ਨੇ। ਜਾਂ ਇਹ ਉਦਾਹਰਨਾਂ ਦਿੱਤੀਆਂ ਵੀ ਤੇਰੇ ਕੇਸ ਇਸ ਤਰ੍ਹਾਂ ਸੜਨਗੇ ਜਿਵੇਂ ਸੁੱਕਾ ਘਾਹ ਸੜਦਾ, ਹੱਡ ਇਸ ਤਰ੍ਹਾਂ ਸੜਨਗੇ ਜਿਵੇਂ ਲੱਕੜਾਂ ਸੜਦੀਆਂ ਨੇ। ਇਹ ਸਾਰੇ ਉਦਾਹਰਨ ਦਿੱਤੇ ਗੁਰਬਾਣੀ ਵਿੱਚ। ਤਾਂ ਜਦੋਂ ਚੰਗੀ ਤਰ੍ਹਾਂ ਸੁਰਤ ਇਹਨਾਂ ਵਿੱਚੋਂ ਲੰਘਦੀ ਏ, ਤਾਂ ਮਨੁੱਖ ਨੂੰ ਆਪਣੇ ਜੀਵਨ ਵਿੱਚ ਜਿਹੜੀ ਸਚਾਈ ਹੈ, ਜਿਹੜਾ ਉਹਨੇ ਸੰਸਾਰ ਨੂੰ ਫੜਿਆ ਹੋਇਆ, ਉਹ ਪਕੜ ਜਿਹੜੀ ਢਿੱਲੀ ਪੈ ਜਾਂਦੀ ਹੈ, ਉਹਦੇ ਤੋਂ ਉਹਦੀ ਸੁਰਤ ਛੁੱਟਣੀ ਸ਼ੁਰੂ ਹੋ ਜਾਂਦੀ ਹੈ। ਤਾਂ ਜਦੋਂ ਸੁਰਤ ਛੁੱਟ ਜਾਂਦੀ ਹੈ ਤੇ ਗੁਰੂ ਸਾਹਿਬ ਉਹਨੂੰ ਫਿਰ ਵਿਰਾਗਵਾਨ ਇਕੱਲਾ ਨਹੀਂ ਕਰਦੇ ਵੀ ਧਾਰਮਿਕ ਬੰਦਾ ਉਦਾਸੀ ਵਿੱਚ ਚਲਾ ਜਾਏ ਬੇਕਾਰ। ਸਾਹਿਬ ਨੇ ਕਿਹਾ ਨਹੀਂ, ਸਾਹਿਬ ਮੇਰਾ ਨੀਤ ਨਵਾਂ। ਇੱਥੇ ਸਦੀਵੀ ਜੀਵਨ ਮਿਲਦਾ ਹੈ। ਤੇ ਭਾਈ ਗੁਰਦਾਸ ਜੀ ਨੇ ਸਾਰੀਆਂ ਉਦਾਹਰਨਾਂ ਦੇ ਕੇ ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਦੀਵਾਲੀ ਦੇ ਦੀਵੇ ਵੀ ਬੁੱਝ ਜਾਂਦੇ ਨੇ, ਖਿੜੇ ਹੋਏ ਫੁੱਲ ਹਾਰ ਜਿਹੜੇ ਨੇ ਮੁਰਝਾ ਜਾਂਦੇ ਨੇ, ਤਾਰੇ ਜਿਹੜੇ ਨੇ ਉਹ ਵੀ ਮਿਟ ਜਾਂਦੇ ਨੇ, ਔਰ ਤੀਰਥਾਂ ਦੇ ਮੇਲੇ ਵੀ ਖਤਮ ਹੋ ਜਾਂਦੇ ਨੇ। ਇੱਥੋਂ ਤੱਕ ਨਾਸ਼ਮਾਨਤਾ ਦੀ ਵਿਆਖਿਆ ਕੀਤੀ ਤੇ ਅਖੀਰਲਾ ਜਿਹੜਾ ਬਚਨ ਕਿਹਾ
ਕਹਿਣ ਲੱਗੇ ਨਾਮ ਦਾ ਜਿਹੜਾ ਦੀਵਾ ਹੈ ਉਹ ਕਦੀ ਨਹੀਂ ਬੁਝਦਾ। ਦੀਵਾਲੀ ਦੇ ਦੀਵੇ ਬੁਝ ਜਾਂਦੇ ਨੇ, ਪਰ ਪਰਮਾਤਮਾ ਦੇ ਨਾਮ ਦੀ ਦੀਵਾਲੀ 12 ਮਹੀਨੇ ਸਦੀਵ ਕਾਲ ਵਾਸਤੇ ਰਹਿੰਦੀ ਹੈ। ਨਾਮ ਦਾ ਇੱਕ ਫੁੱਲ ਹੈ ਜਿਹੜਾ ਕਦੀ ਮੁਰਝਾਉਂਦਾ ਨਹੀਂ। ਪਰਮਾਤਮਾ ਦੇ ਪਿਆਰ ਦਾ ਇੱਕ ਮੇਲਾ ਹੈ ਜਿੱਥੇ ਕਦੀ ਵਿਰਾਨਗੀ ਨਹੀਂ ਆਉਂਦੀ, ਤੇ ਅਕਾਲ ਪੁਰਖ ਦੇ ਨਾਮ ਦਾ ਇੱਕ ਤਾਰਾ ਹੈ ਜਿਹੜਾ ਚੜ੍ਹਦਾ ਤੇ ਕਦੀ ਡੁੱਬਦਾ ਹੀ ਨਹੀਂ ਹੈ। ਅਖੀਰਲਾ ਬਚਨ ਹੈ, ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ। ਗੁਰਮੁਖ ਜਿਹੜਾ ਹੈ ਇਸ ਸੰਸਾਰ ਦੇ ਵਿੱਚੋਂ ਉਸ ਸ਼ਬਦ ਨੂੰ, ਉਸ ਨਾਮ ਨੂੰ ਵਿਹਾਂਜ ਲੈਂਦਾ ਹੈ ਜਿਹਦੀ ਕਦੀ ਮੌਤ ਨਹੀਂ ਹੁੰਦੀ, ਜਿੱਥੇ ਕਦੀ ਗਮੀ ਨਹੀਂ ਆਉਂਦੀ। ਤਾਂ ਬੇਨਤੀ ਕਰ ਰਿਹਾ ਸਾਂ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਨਿਹਫਲੰਗ ਤਸ ਜਨਮਸ, ਬੇਕਾਰ ਵਿੱਚ ਉਸ ਮਨੁੱਖ ਦਾ ਜੀਵਨ ਚਲਾ ਗਿਆ। ਕਿਸ ਦਾ? ਜਾਵਤ, ਜਾ ਰਿਹਾ ਹੈ, ਲੰਘ ਰਿਹਾ ਹੈ। ਬ੍ਰਹਮ ਨਾ ਬਿੰਦਤੇ, ਬਿੰਦਤੇ ਦੇ ਅਰਥ ਨੇ ਮਹਿਸੂਸ ਕਰਨਾ, ਜਾਣਨਾ। ਵਿਅਰਥ ਵਿੱਚ ਉਹਨਾਂ ਦਾ ਜੀਵਨ ਚਲਾ ਗਿਆ। ਉਹਨਾਂ ਨੂੰ ਇਥੋਂ ਕੋਈ ਪ੍ਰਾਪਤੀ ਨਹੀਂ ਹੋਈ, ਕੋਈ ਜੀਵਨ ਹੱਲ ਨਹੀਂ ਹੋਇਆ, ਅਟਕਿਆ ਹੋਇਆ ਹੈ ਜੀਵਨ ਰਾਹ ਵਿੱਚ, ਕਿਉਂਕਿ ਉਹਨਾਂ ਨੇ ਸ਼ਬਦ ਨੂੰ ਘੱਟ ਪਿਆਰ ਕੀਤਾ, ਗੁਰੂ ਨੂੰ ਘੱਟ, ਨਾਮ ਨੂੰ ਘੱਟ, ਤੇ ਪਰਮਾਤਮਾ ਦੀ ਬਣਾਈ ਹੋਈ ਮਾਇਆ ਨੂੰ ਜ਼ਿਆਦਾ ਉਹਨਾਂ ਦੀ ਸੁਰਤ ਨੇ ਪਕੜ ਕਰ ਲਈ। ਨਿਹਫਲੰਗ ਤਸ ਜਨਮਸ, ਦੋ ਸ਼ਬਦ ਮੈਂ ਆਪ ਜੀ ਨਾਲ ਸਾਂਝੇ ਕਰਨੇ ਸਨ। ਉਹ ਵੀ ਇੱਕ ਸ਼ਬਦ ਬਾਬਾ ਫਰੀਦ ਜੀ ਦਾ ਹੈ, ਦੂਸਰਾ ਸ਼ਬਦ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਹੈ। ਬਾਬਾ ਫਰੀਦ ਜੀ ਨੇ ਉਦਾਹਰਨ ਦਿੱਤੀ ਹੈ, ਇੱਕ ਦਰਿਆ ਦੇ ਕਿਨਾਰੇ ਵਸੇਬਾ ਕਰਨ ਵਾਲੇ ਕਿਸੇ ਮਨੁੱਖ ਦੀ, ਜਿਹਦੇ ਘਰ ਦੇ ਕਿਨਾਰੇ ਤੇ ਦਰਿਆ ਪੈਂਦਾ ਹੈ। ਅੱਜ ਉਹ ਦਰਿਆ ਸੁੱਕਾ ਹੋਇਆ ਹੈ। ਉਹਦਾ ਕੰਮ ਕੀ ਹੈ? ਦਰਿਆ ਨੂੰ ਪਾਰ ਕਰਨਾ। ਪਾਰਲੇ ਪਾਸੇ ਵੱਡਾ ਸ਼ਹਿਰ ਹੈ, ਉੱਥੋਂ ਸੌਦਾ ਖਰੀਦਣਾ, ਇਕੱਠਾ ਕਰਕੇ ਦਰਿਆ ਤੋਂ ਪਾਰ ਆ ਕੇ ਛੋਟੀ ਜਿਹੀ ਦੁਕਾਨ ਵਿੱਚ ਵੇਚ ਕੇ ਗੁਜ਼ਾਰਾ ਕਰਨਾ। ਪਰ ਦਰਿਆ ਸੁੱਕਾ ਹੋਇਆ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਉਹਨੂੰ ਕਿਸੇ ਕਿਹਾ ਵੀ ਅੱਜ ਤੇ ਤੂੰ ਸੁੱਕੇ ਦਰਿਆ ਵਿੱਚੋਂ ਲੰਘ ਕੇ ਆਪਣਾ ਕਾਰੋਬਾਰ ਚਲਾਈ ਜਾਂਦਾ, ਸੌਦਾ ਚੁੱਕ ਕੇ ਲੈ ਆਉਣਾ, ਕਿਉਂਕਿ ਦਰਿਆ ਵਿੱਚ ਪਾਣੀ ਨਹੀਂ ਹੈ। ਅੱਜ ਤੈਨੂੰ ਸੁਚੇਤ ਨਹੀਂ, ਤੈਨੂੰ ਆਉਣ ਵਾਲੀ ਹਾਲਤ ਦਾ ਪਤਾ ਨਹੀਂ ਹੈ, ਤੇ ਤੂੰ ਇਸ ਨੀਂਦ ਦੇ ਅੰਦਰ ਬੇਹੋਸ਼ ਹੋ ਕੇ ਸੁੱਤਾ ਹੋਇਆ ਇਹ ਕੰਮ ਕਰੀ ਜਾਂਦਾ। ਪਰ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਦਰਿਆ ਸਦਾ ਨਹੀਂ ਸੁੱਕਾ ਰਹਿਣਾ, ਇਹਦੇ ਵਿੱਚ ਹੜ੍ਹ ਵੀ ਆਉਣਾ ਹੈ। ਤੇ ਜਿੱਦਣ ਇਹਦੇ ਵਿੱਚ ਪਾਣੀ ਭਰਿਆ ਗਿਆ, ਬਾਰਿਸ਼ਾਂ ਆ ਗਈਆਂ, ਉਦਣ ਤੇਰੇ ਤੋਂ ਤੁਰ ਕੇ ਨਹੀਂ ਲੰਘਿਆ ਜਾਣਾ ਇਹਦੇ ਵਿੱਚੋਂ। ਉਸ ਸਮੇਂ ਵਾਸਤੇ ਕੋਈ ਪ੍ਰਬੰਧ ਕੀਤਾ ਹੀ? ਜਦੋਂ ਇਹ ਭਰਿਆ ਗਿਆ ਕੰਢਿਆਂ ਤੱਕ, ਉਹਨੇ ਕਿਹਾ ਮੈਂ ਤਾਂ ਕਦੀ ਦੇਖਿਆ ਨਹੀਂ ਦਰਿਆ ਚੜਿਆ, ਜਿਉਂ ਦਾ ਜਨਮ ਲਿਆ ਮੈਂ ਸੌਦਾ ਢੋ ਰਿਹਾ, ਇੱਥੋਂ ਗੁਜ਼ਾਰਾ ਵਧੀਆ ਚੱਲਦਾ ਹੈ, ਮੈਂ ਨਹੀਂ ਤੇਰੀ ਗੱਲ ਸੁਣਨੀ। ਉਹਨੇ ਕਿਹਾ ਨਹੀਂ, ਮੈਂ ਤੈਨੂੰ ਇੱਕ ਸਲਾਹ ਦੇਣਾ, ਇਹ ਦਰਿਆ ਸਦਾ ਨਹੀਂ ਸੁੱਕਾ ਰਹਿਣਾ, ਇਹਦੇ ਵਿੱਚ ਹੜ੍ਹ ਆ ਜਾਣੇ, ਤੂੰ ਇਹਦੇ ਵਿੱਚੋਂ ਲੰਘਣ ਵਾਸਤੇ ਬੇੜੀ ਬਣਾ ਲੈ। ਲੱਕੜਾਂ ਜੋੜ ਕੇ ਬੇੜੀ ਬਣਾ ਦੀ। ਉਹਨੇ ਅਣਸੁਣੀ ਕਰ ਦਿੱਤੀ, ਕਹਿਣ ਲੱਗਾ ਮੈਨੂੰ ਕੋਈ ਜ਼ਰੂਰਤ ਨਹੀਂ ਹੈ, ਮੇਰਾ ਸਮਾਂ ਬਰਬਾਦ ਨਾ ਕਰ। ਸਮਾਂ ਆਇਆ, ਪਾਣੀ ਨੇ ਆਉਣਾ ਹੀ ਸੀ, ਦਰਿਆ ਚੜ੍ਹ ਗਿਆ, ਕਿਨਾਰੇ ਤੇ ਖੜਾ ਹੋ ਕੇ ਦੂਸਰੇ ਪਾਸੇ ਵੇਂਦਾ ਵੀ ਲੰਘਾ ਕਿੱਥੋਂ, ਤੇ ਜੇ ਨਾ ਗਿਆ ਗੁਜ਼ਾਰਾ ਨਹੀਂ ਚੱਲਦਾ, ਭੁੱਖ ਨਾਲ ਮਰੇਗਾ, ਜੀਵਨ ਬੇਕਾਰ ਚਲਾ ਜਾਏਗਾ। ਹੁਣ ਜੇ ਵਿੱਚੋਂ ਤੁਰ ਕੇ ਲੰਘਦਾ ਤਾਂ ਉਹਦੇ ਵਿੱਚ ਡੁੱਬਦਾ ਹੈ। ਬਾਬਾ ਫਰੀਦ ਜੀ ਨੇ ਉਦਾਹਰਨ ਦਿੱਤੀ ਤੇ ਕਿਹਾ ਵੀ ਜਿਹੜਾ ਹੁਣ ਵਕਤ ਹੈ ਨਾ, ਹੁਣ ਤਾਂ ਜੀਵਨ ਚੱਲ ਰਿਹਾ, ਦੇਹ ਕੋਲ ਹੈ, ਅਜੇ ਸਰੀਰ ਹੈ ਸਾਡੇ ਕੋਲ, ਅੱਖਾਂ ਹੈਣ, ਕੰਨ ਹੈਣ, ਸੁਣਦਾ ਹੈ, ਵੇਖ ਲੈਂਦੇ ਹਾਂ, ਖਾ ਲੈਂਦੇ ਹਾਂ, ਕੰਮ ਕਰ ਲੈਂਦੇ ਹਾਂ, ਸਭ ਕੁਝ, ਪਹਿਚਾਣ ਵੀ ਹੈ। ਪਰ ਉਹ ਸਮਾਂ ਵੀ ਆਉਣ ਵਾਲਾ ਹੈ ਜਦੋਂ ਦੇਹ ਸਾਡੇ ਕੋਲ ਨਹੀਂ ਰਹਿ ਗਈ। ਉਹਨੂੰ ਕਹਿੰਦੇ ਨੇ ਦਰਿਆ ਵਿੱਚ ਹੜ੍ਹ ਆ ਗਿਆ। ਤੇ ਸਮੇਂ ਤੋਂ ਪਹਿਲਾਂ ਤੂੰ ਨਾਮ ਦੀ ਬੇੜੀ ਬਣਾ,
ਤਾਂ ਕਿ ਉਸ ਆਏ ਹੋਏ ਮੌਤ ਦੇ ਹੜ ਦੇ ਉੱਤੋਂ ਦੀ ਲੰਘ ਕੇ ਤੂੰ ਆਪਣਾ ਜੀਵਨ ਅੱਗੇ ਵਧਾ ਸਕੇ। ਆ ਪਿੱਛੇ ਵਿਆਖਿਆ ਆਈ ਉਹਨਾਂ ਸ਼ਲੋਕਾਂ ਦੀ, ਗੁਰੂ ਅੰਗਦ ਦੇਵ ਜੀ ਦੀ ਵਿਆਖਿਆ ਜਿਹੜੀ ਕੀਤੀ ਗਈ, ਆਪ ਜੀ ਸਰਵਣ ਕਰੋਗੇ। ਉਹਨਾਂ ਵਿੱਚ ਗੁਰੂ ਅੰਗਦ ਦੇਵ ਜੀ ਨੇ ਉਸ ਬੇੜੇ ਦੀ ਗੱਲ ਕੀਤੀ ਜਿਹਦੇ ਵਿੱਚ ਕਹਿੰਦੇ ਨੇ ਅੱਖੀਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ। ਇਹ ਉਸ ਬੇੜੇ ਦੀ ਗੱਲ ਕੀਤੀ ਗਈ। ਪਰ ਇਹ ਹੁਣੇ ਹੀ ਬਣ ਸਕਦਾ ਹੈ, ਇਸ ਸਰੀਰ ਦੇ ਰਹਿੰਦਿਆਂ। ਤਾਂ ਉਸ ਵਕਤ ਬਾਬਾ ਫਰੀਦ ਜੀ ਨੇ ਉਦਾਹਰਨ ਦਿੱਤੀ ਤੇ ਬਚਨ ਕੀਤਾ, ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ। ਜਦੋਂ ਵੇਲਾ ਸੀ, ਜਦੋਂ ਦਰਿਆ ਸੁੱਕਾ ਸੀ, ਉਦੋਂ ਬੇੜਾ ਨਹੀਂ ਬਣਾਇਆ, ਸੁਚੇਤ ਨਹੀਂ ਹੋਇਆ। ਕਹਿਣ ਤੋਂ ਭਾਵ ਜਦੋਂ ਦੇਹ ਹੈ ਸੀ, ਫਰੀਦਾ ਉਮਰ ਸੁਹਾਵੜੀ, ਸੰਗ ਸੁਵੰਦੜੀ ਦੇ ਵਿਰਲੇ ਕਈ ਪਾਇਣ, ਜਿਨ੍ਹਾਂ ਪਿਆਰੇ ਨੇ, ਉਦੋਂ ਬੇੜਾ ਨਹੀਂ ਬਣਾਇਆ ਸ਼ਬਦ ਦਾ। ਇਹ ਸਾਰੇ ਵਿਸ਼ੇ ਜੁੜੇ ਹੋਏ ਨੇ। ਸੁਖਮਣੀ ਸਾਹਿਬ ਪੜ੍ਹੋ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਉਂ ਪਾਖਾਨ ਨਾਭ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਗੁਰੂ ਕੇ ਸ਼ਬਦ ਨਾਲ ਜੁੜ ਕੇ ਇਹ ਜਿਹੜੀ ਪਾਪਾਂ ਨਾਲ ਪੱਥਰ ਬਣੀ ਪਈ ਜਿੰਦ ਹੈ, ਇਹ ਵੀ ਪਾਰ ਜਾ ਸਕਦੀ ਹੈ, ਅੱਗੇ ਲੰਘ ਸਕਦੀ ਹੈ। ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਭਰ ਦਾ ਅਰਥ ਹੈ ਕੰਢਿਆਂ ਤੱਕ ਭਰਿਆ ਹੋਇਆ, ਸਰਵਰ ਦੇ ਅਰਥ ਨੇ ਉਹ ਸਰੋਵਰ, ਉਹ ਦਰਿਆ। ਉਛਲੈ ਜਦੋਂ ਉਹਦੇ ਵਿੱਚ ਛੱਲਾਂ ਵੱਜਦੀਆਂ ਨੇ, ਉਹਦੇ ਵਿੱਚ ਉਹ ਕਿਵੇਂ ਲੰਘੇਗਾ। ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਤੇ ਅੱਗੇ ਬਚਨ ਕੀਤਾ, ਹੱਥ ਨਾ ਲਾਏ ਕਸੁੰਭੜੈ ਜਲ ਜਾਸੀ ਢੋਲਾ। ਕਸੁੰਭਾ ਇੱਕ ਫੁੱਲ ਮੰਨਿਆ ਗਿਆ ਜਿਹਦਾ ਰੰਗ ਬੜਾ ਲੁਭਾਇਮਾਨ ਹੈ, ਪਰ ਉਹਦਾ ਵਕਤ, ਉਹਦੇ ਰੰਗ ਦਾ, ਕੱਪੜੇ ਨੂੰ ਉਹਦਾ ਰੰਗ ਚੜਾ ਦਿਓ ਤੇ 2-4 ਘੰਟਿਆਂ ਵਿੱਚ ਇੱਕ ਵਾਰੀ ਧੁੱਪੇ ਰੱਖ ਦਿਓ, ਰੰਗ ਉੱਡ ਜਾਏਗਾ। ਰੰਗ ਬੜਾ ਉਹਦਾ ਲੁਭਾਇਮਾਨ ਹੈ ਕਸੁੰਭੇ ਦਾ। ਬਾਬਾ ਫਰੀਦ ਜੀ ਕਹਿੰਦੇ ਜੋ ਕੁਝ ਇਸ ਸੰਸਾਰ ਦੇ ਵਿੱਚ ਦਿਸਦਾ ਏ ਸਾਹਮਣੇ ਹੈ, ਕਸੁੰਭੇ ਦੇ ਫੁੱਲ ਵਰਗਾ ਲੁਭਾਇਮਾਨ ਬੜਾ ਹੈ। ਉਹਨੇ ਇਹ ਖੇਡ ਬਣਾਈ ਇਸ ਤਰ੍ਹਾਂ ਦੀ ਕਿ ਜੋ ਕੁਝ ਸਾਹਮਣੇ ਦਿਸਦਾ ਸੀ ਉਹ ਕਸੁੰਭੇ ਵਰਗਾ, ਤੇ ਜੋ ਕੁਝ ਅਸਲੀ ਸੀ ਉਹ ਮਜੀਠ ਦੇ ਰੰਗ ਵਰਗਾ, ਜਿਹੜਾ ਲੁਭਾਇਮਾਨ ਨਹੀਂ ਪਰ ਹੈ ਪੱਕਾ। ਹੱਥ ਨਾ ਲਾਏ ਕਸੁੰਭੜਾ। ਕਸੁੰਭੇ ਦਾ ਅਰਥ ਹੈ ਸੁਆ ਲਾਲ। ਇੱਥੇ ਕਸੁੰਭੇ ਦੇ ਅਰਥ ਕਰਾਂਗੇ ਬਲਦੀ ਹੋਈ ਲਾਟ, ਬਲਦੀ ਹੋਈ ਅੱਗ। ਉਹਦੇ ਅਗਲੇ ਅਰਥ ਹੋਣਗੇ ਭਾਵ ਅਰਥ ਦੇ ਵਿੱਚੋਂ ਭਾਵ ਅਰਥ ਨਿਕਲਦੇ ਨੇ। ਇੱਥੇ ਕੁਸੰਭੇ ਦੇ ਅਰਥ ਹੋਣਗੇ ਲਾਲ ਰੰਗ ਦੀ ਅਗਨੀ। ਲਾਲ ਰੰਗ ਦੀ ਅਗਨੀ ਦੇ ਅਰਥ ਹੋਣਗੇ ਵਿਕਾਰਾਂ ਦੀ ਅਗਨੀ। ਤੁਸੀਂ ਇਹ ਸਾਖੀ ਸੁਣੀ ਨਾ ਕਈ ਵਾਰੀ ਕਿ ਜਦੋਂ ਕਲਯੁਗ ਆਇਆ ਗੁਰੂ ਨਾਨਕ ਸਾਹਿਬ ਦੇ ਕੋਲ ਉੜੀਸਾ ਦੇ ਜੰਗਲ ਵਿੱਚ, ਤਾਂ ਉਸ ਵੇਲੇ ਉਹਦੇ ਹੱਥ ਦੇ ਅੰਦਰ ਅੱਗ ਫੜੀ ਹੋਈ ਸੀ। ਉਹਦੇ ਹੱਥ ਵਿੱਚ ਅਗਨੀ ਬਲ ਰਹੀ ਸੀ, ਉਹਨੇ ਫੜਿਆ ਹੋਇਆ ਸੀ ਅੱਗ ਨੂੰ। ਗੁਰੂ ਸਾਹਿਬ ਨੇ ਪੁੱਛਿਆ ਕੀ ਹੈ? ਕਹਿਣ ਲੱਗੇ ਇਹਦੇ ਨਾਲ ਸਾਰਿਆਂ ਦਾ ਆਤਮਿਕ ਜੀਵਨ ਮੈਂ ਸਾੜ ਦੇਣਾ ਹੈ। ਇਹ ਵਿਕਾਰਾਂ ਦੀ ਅੱਗ ਹੈ। ਇੱਥੇ ਬਾਬਾ ਫਰੀਦ ਜੀ ਨੇ ਜਿਹੜਾ ਕਸੁੰਭੇ ਦਾ ਉਦਾਹਰਨ ਦਿੱਤਾ, ਉਹਦੇ ਅਰਥ ਨੇ ਬਲਦੀ ਹੋਈ ਵਿਕਾਰਾਂ ਦੀ ਅੱਗ, ਜਿਹੜੀ ਜੀਵਨ ਨੂੰ ਸਾੜ ਕੇ ਤਬਾਹ ਕਰ ਦਿੰਦੀ। ਤੇ ਸੁਚੇਤ ਕੀਤਾ ਬਾਬੇ ਫਰੀਦ ਨੇ, ਕਹਿਣ ਲੱਗੇ ਇਹਨੂੰ ਹੱਥ ਨਾ ਲਾਈ। ਫਿਰ ਇਹ ਬਣਾਈ ਕਿਉਂ? ਕਈ ਸਵਾਲ ਨੇ ਧਾਰਮਿਕ ਦੁਨੀਆ ਵਿੱਚ। ਜੇ ਇਹਨੂੰ ਵਰਤਣਾ ਨਹੀਂ ਮਾਇਆ ਨੂੰ, ਜੇ ਇਹਨੂੰ ਹੱਥ ਨਹੀਂ ਲਾਉਣਾ, ਤੇ ਰੱਬ ਨੂੰ ਜਾ ਕੇ ਪੁੱਛੋ ਕਿਉਂ ਬਣਾ ਕੇ ਬਹਿ ਗਿਆ ਇਹਨੂੰ? ਫਿਰ ਕਿਉਂ ਲੋਕਾਂ ਨੂੰ ਵਕਤ ਪਾਇਆ? ਇਹਦੀ ਖਿੱਚ ਪੈਂਦੀ ਮਨੁੱਖ ਨੂੰ। ਅੱਗ ਬਣਾਈ ਹੈ, ਮਾਇਆ ਬਣਾਈ ਹੈ। ਤੇ ਯਾਦ ਰੱਖਣਾ, ਅੱਗ ਦੀ ਵਰਤੋਂ ਕਰਨੀ ਚਾਹੀਦੀ ਹੈ, ਅੱਗ ਨੂੰ ਹੱਥ ਵਿੱਚ ਨਹੀਂ ਲੈਣਾ ਚਾਹੀਦਾ। ਮਾਇਆ ਜਿਹੜੀ ਹੈ ਨਾ, ਮਾਇਆ ਦੀ ਵਰਤੋਂ ਤੇ ਅੱਗ ਦੀ ਵਰਤੋਂ ਇੱਕੋ ਜਿਹੀ ਰੱਖਣੀ ਚਾਹੀਦੀ। ਜਿਵੇਂ ਅਗਨੀ ਹੈ, ਠੰਡ ਪੈ ਰਹੀ, ਤੁਸੀਂ ਵੇਖੋਗੇ ਗਰੀਬ ਬੰਦੇ ਨੇ, ਜਿਹੜੇ ਲੋਕ ਨੇ ਜਾਂ ਅਮੀਰ ਵੀ ਨੇ, ਉਹ ਕੀ ਕਰਦੇ ਨੇ? ਉਹ ਸੜਕ ਦੇ ਕਿਨਾਰੇ ਤੇ ਅੱਗ ਬਾਲ ਕੇ ਬਹਿ ਜਾਂਦੇ ਨੇ ਤੇ ਉਹਦੇ ਆਲੇ ਦੁਆਲੇ ਬੈਠ ਕੇ ਇਸ ਤਰ੍ਹਾਂ ਬਲਦੀ ਹੋਈ ਅੱਗ ਦੇ ਉੱਤੇ ਹੱਥ ਕਰਦੇ ਨੇ। ਹੁਣ ਉਹਨਾਂ ਨੇ ਕਦੀ ਬਲਦੀ ਅੱਗ ਨੂੰ ਇਸ ਤਰ੍ਹਾਂ ਹੱਥ ਵਿੱਚ ਫੜਿਆ? ਕਿਉਂ? ਅੰਦਰ ਗਿਆਨ ਹੈ। ਜੇ ਤੇ ਥੋੜੀ ਜਿਹੀ ਦੂਰੀ ਤੇ ਰਵਾਂਗੇ, ਸੁਖਦਾਈ ਹੈ, ਸੁਖ ਦੇਗੀ, ਸੇਕ ਦੇਗੀ, ਨਿੱਘ ਦੇਗੀ।
ਤੇ ਜੇ ਭੁਲੇਖੇ ਨਾਲ ਇਹਨੂੰ ਹੱਥ ਪਾ ਲਿਆ, ਹੱਥ ਸਾੜ ਕੇ ਰੱਖ ਦੇਗੇ। ਹੱਥ ਨਾ ਲਾਇਕ ਸੁੰਬੜੈ ਜਲ ਜਾਸੀ ਢੋਲਾ। ਸੰਸਾਰ ਨੂੰ ਹੱਥ ਨਾ ਪਾਈ, ਥੋੜੀ ਜਿਹੀ ਦੂਰੀ ਤੇ ਰਹਿ। ਜਿੰਨੀ ਕੁ ਜ਼ਰੂਰਤ ਹੈ ਤੇਰੀ ਦੇਹ ਨੂੰ, ਜਿੰਨੀ ਲੋੜ ਹੈ ਤੇਰੇ ਜੀਵਨ ਨੂੰ, ਓਨੀ ਕੁ ਸੰਸਾਰ ਦੀ ਵਰਤੋਂ ਕਰ। ਜੇ ਤੂੰ ਇਹਦੇ ਵਿੱਚ ਵੜ ਗਿਆ, ਪਾਣੀ ਤੋਂ ਬਿਨਾਂ ਬੇੜੀ ਤੁਰਨੀ ਨਹੀਂ, ਉਹਨੂੰ ਪਾਣੀ ਚਾਹੀਦਾ ਹੈ। ਮਾਇਆ ਤੋਂ ਬਿਨਾਂ ਜੀਵਨ ਚੱਲਣਾ ਨਹੀਂ, ਜੀਵਨ ਨੂੰ ਮਾਇਆ ਚਾਹੀਦੀ ਏ। ਪਰ ਇੱਕ ਗੱਲ ਖਿਆਲ ਰੱਖੀ, ਬੇੜੀ ਪਾਣੀ ਦੇ ਉੱਪਰ ਚਾਹੀਦੀ ਹੈ, ਪਾਣੀ ਕਿਤੇ ਬੇੜੀ ਦੇ ਵਿੱਚ ਨਾ ਆ ਜਾਏ, ਫਿਰ ਉਹ ਡੋਬ ਦੇਗਾ ਪਾਣੀ। ਨਾ ਤੇ ਮਾਇਆ ਤੋਂ ਬਿਨਾਂ, ਨਾ ਤਾਂ ਸੰਸਾਰ ਤੋਂ ਬਿਨਾਂ ਜੀਵਨ ਚੱਲੇਗਾ, ਔਰ ਨਾ ਹੀ ਜੇ ਮਾਇਆ ਜੀਵਨ ਦੇ ਵਿੱਚ ਆ ਗਈ ਫਿਰ ਜੀਵਨ ਚੱਲੇਗਾ। ਇਸ ਕਰਕੇ ਜੀਵਨ ਡੋਬੀ ਤਾਂ ਗਿਆ ਹੈ ਕਿਉਂਕਿ ਮਾਇਆ ਜੀਵਨ ਦੇ ਅੰਦਰ ਆ ਗਈ। ਕੱਲ ਬੇਨਤੀ ਕੀਤੀ ਸੀ, ਬਾਬਾ ਫਰੀਦ ਜੀ ਨੇ ਕਿਹਾ ਹੱਥ ਨਾ ਲਾਇਕ ਸੁੰਬੜੈ ਜਲ ਜਾਸੀ ਢੋਲਾ। ਅੱਗੇ ਵਿਚਾਰ ਥੋੜੇ ਜਿਹਾ ਬਦਲਦੇ ਨੇ ਸ਼ਬਦ ਦੇ। ਉਹ ਕਹਿੰਦੇ ਨੇ ਇੱਕ ਆਪੀ ਨੈ ਪਤਲੀ ਸਹਿ ਕੇ ਰੇ ਬੋਲਾ। ਇੱਥੇ ਪਤਲੀ ਦੇ ਅਰਥ ਨੇ ਕਮਜ਼ੋਰ, ਇਸਤਰੀ ਲਿੰਗ ਹੈ। ਇਹਦੇ ਅਰਥ ਨੇ ਧਾਰਮਿਕ ਜੀਵ ਇਸਤਰੀ, ਭਾਵੇਂ ਉਹ ਮਨੁੱਖ ਹੈ ਭਾਵੇਂ ਇਸਤਰੀ ਹੈ। ਪਤਲੀ ਦਾ ਅਰਥ ਹੈ ਉਹਦੇ ਵਿੱਚ ਇੰਨੀ ਹਿੰਮਤ ਨਹੀਂ ਕਿ ਉਹ ਸੰਸਾਰ ਨੂੰ ਛੱਡ ਕੇ ਆਪਣੇ ਗੁਰੂ ਦੇ ਚਰਨ ਫੜ ਲਵੇ। ਕਮਜ਼ੋਰ ਹੈ ਅੰਦਰੋਂ, ਮਾਇਆ ਦੀ ਖਿੱਚ ਬੜੀ ਹੈ। ਇੱਕ ਆਪੀ ਨੈ ਪਤਲੀ, ਕਮਜ਼ੋਰੀ ਹੈ ਮਨ ਦੇ ਵਿੱਚ, ਹਿੰਮਤ ਨਹੀਂ। ਤੇ ਸਹਿ ਕੇਰੇ ਬੋਲਾ, ਰੇ ਦਾ ਅਰਥ ਹੈ ਝਿੜਕਣਾ। ਉਤੋਂ ਪਰਮਾਤਮਾ ਦੇ ਜਿਹੜੇ ਬੋਲ ਨੇ ਉਹ ਬੜੇ ਸਖਤ ਨੇ, ਵੀ ਜੇ ਗਲਤੀ ਕੀਤੀ ਪਛਤਾਏਗਾ। ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ, ਉਦਾਹਰਨ ਦਿੱਤੀ ਬਾਬਾ ਜੀ ਨੇ। ਇਹਦੇ ਅਰਥ ਅੰਤਰੀਵ ਨੇ। ਬੜਾ ਲੰਮਾ ਵਿਸ਼ਾ ਇਸ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ। ਦੁੱਧਾ ਥਣੀ ਦਾ ਮਤਲਬ ਹੈ ਇਸਤਰੀ ਦੀ ਜਵਾਨੀ। ਇਹਦੇ ਭਾਵ ਅਰਥ ਨੇ ਕਿ ਧਾਰਮਿਕ ਜਗਤ ਦੇ ਵਿੱਚ ਮਨੁੱਖ ਅਜੇ ਬੱਚਾ ਹੈ, ਉਹਦੇ ਅੰਦਰ ਧਾਰਮਿਕ ਜਵਾਨੀ ਪੈਦਾ ਨਹੀਂ ਹੋਈ। ਧਰਮ ਦੀ ਵੀ ਇੱਕ ਜਵਾਨੀ ਹੈ ਨਾ, ਉਹਦਾ ਵੀ ਇੱਕ ਬਚਪਨ ਹੈ। ਗੁਰੂ ਨਾਨਕ ਦੇਵ ਜੀ ਦੇ ਬਚਨ ਪੜ੍ਹੋ, ਜੇ ਲੋੜੈ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ। ਬਾਲੜੀਏ ਦੇ ਅਰਥ ਕੀ ਨੇ? ਬਾਲੜੀਏ ਦੇ ਅਰਥ ਨੇ 12 ਕੁ ਸਾਲ ਦੀ ਬੱਚੀ, 10 ਕੁ ਸਾਲ ਦੀ, ਜਿਹੜੀ ਅਜੇ ਜਵਾਨੀ ਵਾਲੇ ਗੁਣ ਜਿਹਦੇ ਵਿੱਚ ਪ੍ਰਗਟ ਨਹੀਂ ਹੋਏ, ਅਜੇ ਅਧੂਰੀ ਹੈ। ਗੁਰੂ ਸਾਹਿਬ ਧਾਰਮਿਕ ਬੰਦੇ ਨੂੰ ਇਸ਼ਾਰਾ ਕਰ ਰਹੇ ਨੇ, ਕਹਿਣ ਲੱਗੇ ਤੇਰੇ ਵਿੱਚ ਵੀ ਧਾਰਮਿਕ ਤੌਰ ਤੇ ਅਜੇ ਵੀ ਤੂੰ ਬੱਚਾ ਹੀ ਹੈ। ਤੇਰੇ ਵਿੱਚ ਧਰਮ ਦੀ ਜਵਾਨੀ ਕੋਈ ਨਹੀਂ ਆਈ। ਤੇਰੇ ਵਿੱਚ ਉਹ ਉਛਾਲ ਨਹੀਂ ਆਇਆ ਜਿਹੜਾ ਇੱਕ ਪਰਮਾਤਮਾ ਦੇ ਆਸ਼ਕ ਵਿੱਚ ਚਾਹੀਦਾ ਹੈ। ਇੱਕ ਆਪੀ ਨੈ ਪਤਲੀ ਸਹਿ ਕੇਰੇ ਬੋਲਾ, ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ। ਫਿਰ ਇਸ ਤਰ੍ਹਾਂ ਪਰਮਾਤਮਾ ਨਾਲ ਮੇਲ ਕਿਵੇਂ ਹੋਏਗਾ? ਕਹੇ ਫਰੀਦ ਸਹੇਲਿਓ, ਅਖੀਰਲੀ ਤੁਕ ਹੈ। ਕਹੇ ਫਰੀਦ ਸਹੇਲਿਓ ਸਹੋ ਆਲਾਏ ਸੀ। ਅਲਾਏ ਦਾ ਮਤਲਬ ਹੁੰਦਾ ਹੈ ਆਵਾਜ਼ ਦੇਣੀ, ਸੱਦਣਾ। ਬਾਬਾ ਫਰੀਦ ਜੀ ਕਹਿੰਦੇ ਇਹ ਸਤ ਸੰਗੀ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਨੇ ਸਹੋ ਅਲਾਏ ਸੀ। ਅਲਾਏ ਸੀ ਦਾ ਮਤਲਬ ਇੱਕ ਦਿਨ ਉਹਨੇ ਤੁਹਾਨੂੰ ਆਵਾਜ਼ ਦੇਣੀ ਹੈ, ਮੌਤ ਦੇ ਰਾਹੀਂ ਸੱਦਣਾ ਹੈ ਆਪਣੇ ਕੋਲ। ਅਲਾਏਗਾ, ਬੋਲੇਗਾ, ਕਹੇਗਾ। ਕਹੇ ਫਰੀਦ ਸਹੇਲਿਓ ਸਹੋ ਅਲਾਏ ਸੀ ਹੰਸ ਚਲਸੀ ਡੂਮਣਾ। ਚਲਸੀ ਦਾ ਅਰਥ ਭਵਿੱਖ ਹੈ, ਭਵਿੱਖਵਾਕ ਹੈ। ਹੰਸ ਦਾ ਅਰਥ ਹੈ ਜੀਵਨ, ਆਤਮਾ। ਹੰਸ ਚਲਸੀ ਡੂਮਣਾ, ਡੂਮਣਾ ਦੇ ਅਰਥ ਨੇ ਦੁਬਦਾ ਵਿੱਚ ਪਿਆ ਹੋਇਆ, ਜਿਹਨੇ ਜੋ ਕੁਝ ਚਾਹੀਦਾ ਸੀ ਉਹ ਪ੍ਰਾਪਤ ਨਹੀਂ ਕੀਤਾ। ਦੁਬਦਾ ਵਿੱਚ ਪੈ ਕੇ ਜੀਵਨ ਚਲਾ ਜਾਏਗਾ। ਹੰਸ ਚਲਸੀ ਡੂਮਣਾ ਇਹ ਤਨ ਢੇਰੀ ਥੀ ਸੀ, ਤੇ ਸਰੀਰ ਰੂਪੀ ਜਿਹੜਾ ਆ ਦੇਹ ਹੈ ਮਿੱਟੀ ਦੀ ਢੇਰੀ ਬਣ ਕੇ ਰਹਿ ਜਾਏਗਾ। ਇਹ ਸ਼ਬਦ ਉਹਨਾਂ ਨੇ ਉਸ ਦਰਿਆ ਦੇ ਸੰਬੰਧ ਵਿੱਚ ਕਿਹਾ। ਅੱਗੇ ਗੁਰੂ ਨਾਨਕ ਦੇਵ ਜੀ ਨੇ ਫਿਰ ਇਹਦਾ ਪੋਜ਼ਿਟਿਵ ਉੱਥੇ ਤੇ ਕਿਹਾ ਨਾ, ਤੂੰ ਬੇੜਾ ਬੰਨਿਆ ਨਹੀਂ। ਹੁਣ ਗੁਰੂ ਸਾਹਿਬ ਦੱਸਣਗੇ ਵੀ ਬੇੜਾ ਕਾਹਦਾ ਬੰਨਣਾ ਹੈ। ਗੁਰੂ ਨਾਨਕ ਦੇਵ ਜੀ ਦਾ ਸ਼ਬਦ ਇਹਦੇ ਨਾਲ ਮਿਲਦਾ ਹੈ। ਫਿਰ ਬੇੜਾ ਕਾਹਦਾ ਬਣਾਈਏ ਜਿਹੜਾ ਇਸ ਸੰਸਾਰ ਸਮੁੰਦਰ ਤੋਂ ਲੰਘ ਜਾਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ, ਕਹਿਣ ਲੱਗੇ ਜਪ ਤਪ ਕਾ ਬੰਦ ਬੇੜੁਲਾ
ਸ਼ਬਦ ਬਦਲ ਦਿੱਤੇ ਇੱਥੇ। ਜਪ ਤਪ ਕਾ ਬੰਦ ਬੇੜਲਾ, ਪਰਮਾਤਮਾ ਦੇ ਨਾਮ ਨੂੰ ਜਪ, ਇਹਦਾ ਬੇੜਾ ਬਣੇਗਾ। ਤਪ ਦਾ ਅਰਥ ਹੈ ਜੀਵਨ ਨੂੰ ਸੰਜਮ ਵਿੱਚ ਲਿਆ। ਇੱਥੇ ਤਪ ਦੇ ਅਰਥ ਕੋਈ ਧੂਣੀ ਤੇ ਬਹਿਣਾ ਨਹੀਂ ਹੈ, ਜੀਵਨ ਨੂੰ ਸੰਜਮ ਵਿੱਚ ਲਿਆ। ਜਪ ਤਪ ਕਾ ਬੰਦ ਬੇੜਲਾ, ਜਿਤ ਜਿਸ ਦੇ ਦੁਆਰਾ ਲੰਘੇ ਵਹੇਲਾ, ਵੱਡਾ ਵਹਿਣ ਲੰਘ ਜਾਏਗਾ, ਵੱਡੇ ਸਮੁੰਦਰ ਨੂੰ ਪਾਰ ਕਰ ਜਾਏਗਾ। ਨਾ ਸਰਵਰ ਨਾ ਉਛਲੈ, ਐਸਾ ਪੰਥ ਸੁਹੇਲਾ, ਇਹ ਸਭ ਤੋਂ ਸੌਖਾ ਰਸਤਾ ਹੈ। ਨਾ ਉਹ ਸਰੋਵਰ ਤੈਨੂੰ ਡੋਬੇਗਾ ਸੰਸਾਰ ਦਾ, ਨਾ ਉਹਦੇ ਉਛਾਲਿਆਂ ਵਿੱਚ ਤੂੰ ਗਰਕ ਹੋਵੇਂਗਾ। ਨਾ ਸਰਵਰ ਨਾ ਉਛਲੈ, ਐਸਾ ਪੰਥ ਸੁਹੇਲਾ। ਤੇ ਅੱਗੇ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਤੇਰਾ ਏਕੋ ਨਾਮ ਮਜੀਠੜਾ। ਮਜੀਠ ਦਾ ਰੰਗ ਪੱਕਾ ਹੁੰਦਾ ਹੈ, ਕਸੁੰਬੇ ਦਾ ਰੰਗ ਕੱਚਾ ਹੁੰਦਾ ਹੈ। ਗੁਰੂ ਸਾਹਿਬ ਨੇ ਕਿਹਾ ਉਹ ਨਾਮ ਦਾ ਰੰਗ ਮਜੀਠ ਦੇ ਰੰਗ ਵਰਗਾ ਪੱਕਾ ਹੈ। ਇੱਕ ਵਾਰੀ ਚੜ ਗਿਆ ਤੇ ਭਾਈ ਮਤੀ ਦਾਸ ਜੀ ਦਾ ਸਰੀਰ 2 ਟੁਕੜੇ ਕਰ ਦਿੱਤਾ, ਅੰਦਰੋਂ ਰੰਗ ਨਹੀਂ ਗਿਆ। ਜਪਜੀ ਸਾਹਿਬ ਦੀ ਆਵਾਜ਼ ਫਿਰ ਵੀ ਆ ਰਹੀ ਹੈ। ਆ ਤਾਂ ਹੀ ਇਹਨਾਂ ਨੇ ਖੋਪਰੀਆਂ ਲਾ ਲਾ ਕੇ ਵੇਖਿਆ ਵੀ ਰੰਗ ਲੈਂਦਾ ਕਿ ਨਹੀਂ ਲੈਂਦਾ। ਕਿਸੇ ਦੇ ਬੰਦ ਕੱਟੇ ਤੇ ਅੱਜ ਤੱਕ ਜ਼ਾਲਮਾਂ ਨੇ ਨਹੁੰ ਖਿੱਚ ਕੇ ਵੇਖੇ ਨੇ ਜਿਨ੍ਹਾਂ ਦੇ ਅੰਦਰ ਰੰਗ ਸੀ, ਵੀ ਰੰਗ ਨਿਕਲਦਾ ਕਿ ਨਹੀਂ ਵਿੱਚੋਂ। ਅੱਜ ਤੱਕ ਉਹਨਾਂ ਨੇ ਸਰੀਰ ਪਾੜ ਕੇ ਵਿੱਚ ਲੂਣ ਪਾ ਕੇ ਵੇਖਿਆ ਵੀ ਇਹਨਾਂ ਦੇ ਅੰਦਰੋਂ ਆਪਣੇ ਗੁਰੂ ਦਾ ਪਿਆਰ ਨਿਕਲਦਾ ਕਿ ਨਹੀਂ, ਪਰ ਉਸੇ ਤਰ੍ਹਾਂ ਬਰਕਰਾਰ ਹੈ। ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ। ਚੋਲਾ ਦੇ ਅਰਥ ਨੇ ਸਰੀਰ, ਜਿਨ੍ਹਾਂ ਦਾ ਸਰੀਰ ਰੂਪੀ ਚੋਲਾ ਉਹਦੇ ਨਾਮ ਨਾਲ ਰੰਗਿਆ ਗਿਆ। ਸਦ ਰੰਗ ਢੋਲਾ, ਤੇ ਉਹ ਰੰਗ ਸਦੀਵ ਕਾਲ ਵਾਸਤੇ ਬਣ ਜਾਂਦਾ ਹੈ। ਫਿਰ ਅੱਗੇ ਬਚਨ ਕੀਤੇ, ਸਾਜਨ ਚਲੇ ਪਿਆਰਿਆ, ਜੇ ਮੇਲਾ ਹੋਈ। ਹੇ ਸੰਸਾਰ ਰੂਪੀ ਰਾਹ ਤੇ ਤੁਰ ਰਹੇ ਸੱਜਣ, ਹੇ ਪਿਆਰੇ। ਜੇ ਦਾ ਅਰਥ ਹੈ ਜੇ ਤੂੰ ਇਸ ਤਰ੍ਹਾਂ ਕਰੇ, ਮੇਲਾ ਹੋਈ ਤਾਂ ਤੇਰਾ ਇੱਥੇ ਮੇਲ ਹੋ ਸਕਦਾ। ਸਾਜਨ ਚੱਲੇ ਪਿਆਰਿਆ, ਜੇ ਮੇਲਾ ਹੋਈ, ਮੇਲ ਕਿਵੇਂ ਹੋਵੇਗਾ? ਕਹਿਣ ਲੱਗੇ ਜੇ ਗੁਣ ਹੋਵਣ ਗੰਠੜੀਐ, ਮੇਲੇਗਾ ਸੋਈ। ਜੀਵਨ ਰੂਪੀ ਗੰਢ ਦੇ ਵਿੱਚ ਜੇ ਪ੍ਰਮਾਤਮਾ ਦੇ ਨਾਮ ਰੂਪੀ ਗੁਣ ਖਜ਼ਾਨੇ ਹੋਣਗੇ, ਮੇਲੇਗਾ ਸੋਈ, ਫਿਰ ਤੈਨੂੰ ਮਿਲਾ ਲਏਗਾ। ਮਿਲਿਆ ਹੋਏ ਨਾ ਵਿਛੜੈ, ਜੇ ਮਿਲਿਆ ਹੋਈ। ਆਵਾ ਗਮਨ ਨਿਵਾਰਿਆ, ਸੀਤਾ ਹੈ ਚੋਲਾ। ਇੱਥੇ ਸੀਤਾ ਦੇ ਅਰਥ ਨੇ ਸਿਉਲਿਆ। ਆਪਣੀ ਇੱਜ਼ਤ ਨੂੰ, ਆਪਣੀ ਆਤਮਾ ਨੂੰ ਢੱਕਣ ਵਾਸਤੇ ਪ੍ਰੇਮ ਰੂਪੀ ਚੋਗਾ ਜਿਹੜਾ ਉਹ ਪਾਲਿਆ। ਅੱਜ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਇਸ ਸ਼ਲੋਕ ਦੇ ਅੰਦਰ ਸੁਚੇਤ ਕੀਤਾ, ਕਹਿਣ ਲੱਗੇ ਨਿਹਫਲੰ ਤਸ ਜਨਮਸ ਜਾਵਤ। ਨਿਹਫਲੰਗ ਦਾ ਅਰਥ ਹੈ ਵਿਅਰਥ ਜਾ ਰਿਹਾ ਹੈ, ਇਹਨੂੰ ਕੋਈ ਫਲ ਨਹੀਂ ਲੱਗੇਗਾ। ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਵਿਹੂਣ ਸੂਨੇ ਸੇ ਮੁਖਾ। ਨਾਮ ਤੋਂ ਬਿਨਾ ਜੀਵਨ ਨਿਫਲ ਚਲਾ ਜਾਏਗਾ। ਆ ਇੱਕ ਬੀਬੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਸੀ, ਸੁਲੱਖਣੀ ਨੂੰ ਪੁੱਤਰ ਦੀ ਮੰਗ ਕੀਤੀ ਸੀ। ਸੰਸਾਰਿਕ ਤੌਰ ਤੇ ਮਨੁੱਖ ਕਹਿੰਦਾ ਹੈ ਮੈਨੂੰ ਫਲ ਜ਼ਰੂਰ ਲੱਗੇ। ਇਹ ਫਲ ਦੇ ਅਰਥ ਵੈਸੇ ਨਾ ਔਲਾਦ ਹੁੰਦੀ ਹੈ, ਧਿਆਨ ਦਿਓ। ਤੁਸੀਂ ਕਦੀ ਪਿੰਡਾਂ ਵਿੱਚ ਜਾਓ, ਬਜ਼ੁਰਗ ਬੈਠੇ ਹੋਣਗੇ ਜਿਨ੍ਹਾਂ ਨੇ ਪਿੰਡਾਂ ਵਿੱਚ ਸਾਂਝ ਸੀ ਜਿਨ੍ਹਾਂ ਦੀ। ਅੱਜ ਵੀ ਪਿੰਡਾਂ ਵਿੱਚ ਜਿਹੜੇ ਪਸ਼ੂਆਂ ਦੇ ਬੱਚੇ ਨਾ, ਉਹਨਾਂ ਨੂੰ ਬੱਚੇ ਨਹੀਂ ਕਹਿੰਦੇ, ਉਹਨਾਂ ਨੂੰ ਫਲ ਕਹਿੰਦੇ ਨੇ। ਬੰਦਾ ਸੰਸਾਰਿਕ ਤੌਰ ਤੇ ਔਲਾਦ ਮੰਗਦਾ ਹੈ, ਫਲ ਮੰਗਦਾ ਹੈ। ਉਸ ਬੀਬੀ ਸੁਲੱਖਣੀ ਨੇ ਮੰਗਿਆ, ਕਿਉਂਕਿ ਭੁੱਖ ਹੈ ਸੰਸਾਰ ਦੀ, ਹੈ ਕੁਦਰਤੀ ਤੌਰ ਤੇ, ਪਰ ਉਹਨਾਂ ਨੇ ਨਾਲ ਨਾਲ ਸਿੱਖੀ ਦੀ ਦਾਤ ਵੀ ਮੰਗੀ ਸੀ। ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਦਾਤ ਮੰਗੀ ਤੇ ਉਹਨਾਂ ਨੇ ਫਲ ਝੋਲੀ ਵਿੱਚ ਪਾਇਆ। ਮੈਂ ਹੁਣ ਉਹਨਾਂ ਵਿਸਤਾਰ ਸਾਖੀ ਦਾ ਕਰਨ ਦਾ ਸਮਾਂ ਨਹੀਂ। ਨਿਹਫਲੰ, ਪਰ ਨਾਮ ਤੋਂ ਬਿਨਾ ਮਨੁੱਖ ਇਸ ਤਰ੍ਹਾਂ ਇਸ ਸੰਸਾਰ ਤੋਂ ਚਲਾ ਜਾਂਦਾ ਜਿਵੇਂ ਬਿਨਾ ਔਲਾਦ ਤੋਂ। ਤਸ ਜਨਮਸ, ਉਹਦਾ ਜਨਮਸ ਬੇਕਾਰ ਜਨਮ ਚਲਾ ਜਾਂਦਾ। ਜਾਵਤ ਲੰਘ ਰਿਹਾ ਹੈ ਜਾਂ ਲੰਘ ਗਿਆ ਹੈ। ਬ੍ਰਹਮ ਨਾ ਬਿੰਦਤੇ,
ਜਿਹੜੇ ਬ੍ਰਹਮ ਨੂੰ ਨਹੀਂ ਬਿੰਦਦੇ, ਜਾਣਦੇ ਨਹੀਂ, ਪਹਿਚਾਣਦੇ ਨਹੀਂ, ਮਹਿਸੂਸ ਨਹੀਂ ਕਰਦੇ। ਬ੍ਰਹਮ ਕਿਸ ਨੂੰ ਕਹਿੰਦੇ ਨੇ? ਜਿਹੜਾ ਸਾਡੇ ਅੰਦਰ ਆਤਮ ਸਰੂਪ ਹੈ, ਪਰਮਾਤਮਾ ਹੈ, ਸ਼ਬਦ ਰੂਪ ਹੈ। ਨਾ ਬਿੰਦਤੇ, ਮਹਿਸੂਸ ਨਹੀਂ ਕਰਦੇ। ਜਿਹੜਾ ਹੈ ਹੀ, ਜਿਹੜਾ ਆਪਣੇ ਆਪ ਕੋਲ ਹੀ ਹੈ, ਉਹਨੂੰ ਪਹਿਚਾਣਦੇ ਨਹੀਂ, ਮਹਿਸੂਸ ਨਹੀਂ ਕਰਦੇ। ਤਾਂ ਗੁਰੂ ਅੰਗਦ ਦੇਵ ਜੀ ਕਹਿੰਦੇ ਸਾਗਰੰਗ ਸੰਸਾਰਸ, ਇਸ ਸੰਸਾਰ ਰੂਪੀ ਸਾਗਰ ਤੋਂ, ਜਿਹਦੇ ਵਿੱਚ ਬੜੀਆਂ ਵੱਡੀਆਂ ਛੱਲਾਂ ਪੈ ਰਹੀਆਂ ਨੇ, ਗੁਰ ਪ੍ਰਸਾਦੀ ਤਰ੍ਹਾਂ ਕੇ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਤਰ ਸਕਦਾ ਹੈ, ਲੰਘ ਸਕਦਾ ਹੈ। ਗੁਰੂ ਕੇ ਸ਼ਬਦ ਦੀ ਕਮਾਈ ਦੁਆਰਾ ਹੀ ਅੱਗੇ ਜਾ ਸਕਦਾ ਹੈ। ਕਰਨ ਕਾਰਨ ਸਮਰੱਥ ਹੈ। ਕਰਨ ਕਹਿੰਦੇ ਨੇ ਕੰਮ ਨੂੰ, ਕਾਰਨ ਕਹਿੰਦੇ ਨੇ ਜਿਸ ਕਰਕੇ ਉਹ ਕੰਮ ਕੀਤਾ ਜਾ ਰਿਹਾ ਹੁੰਦਾ ਹੈ। ਦੋ ਚੀਜ਼ਾਂ ਨੇ, ਕਰਨ ਤੇ ਕਾਰਨ। ਇੱਕ ਤੀਜੀ ਚੀਜ਼ ਵੀ ਹੈ, ਉਹਨੂੰ ਕਹਿੰਦੇ ਨੇ ਕਾਰਜ ਸਿੱਧੀ, ਵੀ ਕਾਰਜ ਸਿਰੇ ਚੜ ਗਿਆ। ਇਹ ਤਿੰਨ ਵਿਸ਼ੇ ਆਪਾਂ ਕਿਸੇ ਹੋਰ ਵਿਸ਼ੇ ਵਿੱਚ ਲਵਾਂਗੇ। ਕਾਰਨ, ਕਾਰਜ ਔਰ ਕਾਰਜ ਸਿੱਧੀ। ਪਰਮਾਤਮਾ ਆਪ ਹੀ ਕਰਨ, ਉਹਨੇ ਇਹ ਕਾਰਜ ਆਪ ਹੀ ਬਣਾਇਆ ਹੈ। ਇੱਥੇ ਸੰਸਾਰ ਆਪ ਪੈਦਾ ਕੀਤਾ ਹੈ ਔਰ ਇਹਦਾ ਕਾਰਨ ਵੀ ਉਹਨੇ ਆਪ ਬਣਾਇਆ। ਕਾਰਨ ਸੀ ਪਰਮਾਤਮਾ ਨੇ ਤਾਂ ਬਣਾਇਆ ਮਨੁੱਖ ਨੂੰ ਕਿ ਪਰਮਾਤਮਾ ਦਾ ਨਾਮ, ਉਹਨੂੰ ਪ੍ਰੇਮ ਕਰੇ ਮਨੁੱਖ। ਉਹ ਸਮਰੱਥ ਹੈ। ਕਹੋ ਨਾਨਕ ਵਿਚਾਰ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਵਿਚਾਰ ਕਰੀਏ, ਕਾਰਨ ਕਰਤੇ ਵਸ ਹੈ। ਇਹ ਸਾਰਾ ਸੰਸਾਰ ਦਾ ਕਾਰਨ ਕਿਉਂ ਬਣਦਾ? ਸੰਸਾਰ ਕਾਹਦੇ ਵਾਸਤੇ ਬਣਦਾ ਹੈ? ਇਹ ਉਸ ਕਰਤੇ ਦੇ ਵਸ ਵਿੱਚ, ਹੱਥ ਵਿੱਚ ਹੈ। ਜਿਨ ਕਲ ਰੱਖੀ ਧਾਰ, ਕਲ ਦਾ ਅਰਥ ਹੈ ਜੁਗਤ, ਕਲਾ। ਜਿਨਨੇ ਇੱਕ ਕਲਾ ਬਣਾਈ ਹੈ, ਜਿਨਨੇ ਇੱਕ ਜੁਗਤ ਬਣਾਈ ਹੈ, ਸੰਸਾਰ ਦੀ ਖੇਡ ਖੇਡੀ ਹੈ। ਇਹਨੇ ਜੀਵ ਪੈਦਾ ਕੀਤੇ ਨੇ ਔਰ ਇਹਨਾਂ ਦੇ ਵਿੱਚ, ਇਹਨਾਂ ਦੇ ਰਾਹੀਂ ਉਹ ਆਪ ਹੀ ਪਿੰਦੀ ਮੈਂ ਨਾਚੈ ਸਾਗਰਾ, ਬੂੰਦ ਤੇ ਸਾਗਰਤਾ, ਬੀਜ ਤੇ ਰੁੱਖ ਦਾ ਉਹਨੇ ਖੇਲ ਬਣਾਇਆ। ਸੋ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।